ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਹਰ ਸਿਮਰਤ ਮਨ ਤਨ ਸੁਖੀ ਬਿਨਸੀ ਦੁਤੀਆ ਸੋਚ। ਨਾਨਕ ਟੇਕ ਗੋਪਾਲ ਕੀ ਗੋਬਿੰਦ ਸੰਕਟ ਮੋਚ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਕੋਟ ਪਰਾਧ ਹਮਾਰੇ ਖੰਡੋ ਅਨਕ ਵਿਧੀ ਸਮਝਾਵ। ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਨ ਬਿਰਦ ਰਖਾਵ। ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਨ ਬਿਰਦ ਰਖਾਵਹੁ। ਜੁਗੋ ਜੁਗ ਅਟਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋਏ ਗੁਰੂ ਪਿਆਰੀ ਸਾਧ ਸੰਗਤ ਜੀਓ, ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਹਿਮਤ ਹੈ ਜੋ ਸਤਿਗੁਰੂ ਜੀ ਦੇ ਸਜੇ ਹੋਏ ਦਰਬਾਰ ਦੇ ਅੰਦਰ ਜੁੜ ਬੈਠਣ ਦਾ ਇਹ ਸੁਭਾਗ ਆਪਾਂ ਸਭਨਾਂ ਨੂੰ ਪ੍ਰਾਪਤ ਹੋਇਆ ਹੈ। ਆਪ ਜੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਜੋ ਪਿਛਲੇ ਕੁਝ ਦਿਨਾਂ ਤੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੁੱਚੀ ਸੰਗਤ ਵੱਲੋਂ ਰੱਬੀ ਬਾਣੀ ਦੇ ਜਾਪ ਆਰੰਭ ਕੀਤੇ ਸੀ, ਤਿੰਨਾਂ ਦੀ ਸਮਾਪਤੀ ਦੇ ਸਲੋਕ ਆਪ ਜੀਆਂ ਨੇ ਸਰਵਣ ਕੀਤੇ ਹਨ। ਉਪਰੰਤ ਅਰਦਾਸ ਹੋਈ ਹੈ, ਸਤਿਗੁਰੂ ਜੀ ਦਾ ਰੱਬੀ ਹੁਕਮ ਸਰਵਣ ਕੀਤਾ ਹੈ। ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਜੀਵਨ ਬਿਉਰਾ ਆਪ ਜੀ ਨੇ ਸਟੇਟ ਸੈਕਟਰੀ ਜੀ ਪਾਸੋਂ ਸਰਵਣ ਕੀਤਾ ਹੈ। ਆਓ ਕੁਝ ਕੁ ਸਮਾਂ ਦਾਸ ਨੂੰ ਪ੍ਰਾਪਤ ਹੋਇਆ ਹੈ। ਗੁਰਬਾਣੀ ਵਿਚਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਜੀਵਨ ਦੇ ਕੁਝ ਅੰਸ਼, ਇਤਿਹਾਸ ਦੇ ਅੰਸ਼ ਆਪ ਜੀ ਨਾਲ ਸਾਂਝੇ ਕਰ ਸਕਾਂ। ਸਤਿਗੁਰੂ ਜੀ ਬਖਸ਼ਿਸ਼ ਕਰਨ। ਸਭ ਤੋਂ ਪਹਿਲਾਂ ਅਰਦਾਸ ਕਰੀਏ, ਸਤਿਗੁਰੂ ਜੀ ਸਾਡੇ ਸਭਨਾਂ ਦੇ ਅੰਦਰ ਆਪ ਵਰਤ ਕੇ ਇਸ ਸਮੇਂ ਦੀ ਸਾਂਝ ਸਤਿਗੁਰੂ ਜੀ ਸਾਡੇ ਸਭਨਾਂ ਦੀ ਆਪਣੇ ਨਾਲ ਪਵਾ ਲੈਣ। ਪਿਆਰਿਓ, ਸਤਿਗੁਰੂ ਜੀ ਦੇ ਪਾਵਨ ਦਰਬਾਰ ਵਿੱਚ ਜੁੜ ਬੈਠੇ ਹਾਂ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਜਿਸ ਨੂੰ ਮੁੱਖ ਰੱਖ ਕੇ ਜੁੜ ਬੈਠੇ ਹਾਂ। ਜਿੱਥੇ ਆਪਾਂ ਸਤਿਗੁਰੂ ਜੀ ਦੀ ਉਸ ਇਤਿਹਾਸ ਦੇ ਪੰਨੇ ਨੂੰ ਯਾਦ ਕਰਨਾ ਹੈ, ਆਓ ਪਹਿਲਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਇੱਕ ਮੁਬਾਰਕ ਸ਼ਬਦ, ਉਹਦੀ ਵਿਚਾਰ ਸਾਂਝੀ ਕਰ ਲਈਏ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ, ਮੈਂ ਕਈ ਵਾਰ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਮਾਪਤੀ ਦੇ ਸਲੋਕ
ਪੜ੍ਹਦਾ ਹਾਂ ਜਾਂ ਹੁਣ ਵੀ ਆਪਾਂ ਸੁਣ ਰਹੇ ਸਾਂ, ਮੈਂ ਮਹਿਸੂਸ ਕਰਦਾ ਕਿ ਗੁਰੂ ਸਾਹਿਬ ਜੀ ਨੇ ਕਿੰਨੀ ਮਹਾਨ ਇੱਕ ਬਖਸ਼ਿਸ਼ ਤੇ ਰਹਿਮਤ ਸਾਡੇ ਸਾਹਮਣੇ ਅਰਕ ਕੱਢ ਕੇ ਸਾਨੂੰ ਦੇ ਦਿੱਤੀ। ਤੁਹਾਨੂੰ ਯਾਦ ਹੋਵੇਗਾ ਜਦੋਂ ਆਪਾਂ ਪੰਜਾਬ ਹੁੰਦੇ ਸਾਂ, ਸਾਡੇ ਬਜ਼ੁਰਗ ਇੱਕ ਗੱਲ ਕਹਿੰਦੇ ਹੁੰਦੇ ਸੀ, ਜਦੋਂ ਕਿਤੇ ਅਖੰਡ ਪਾਠ ਸਾਹਿਬ ਹੋਣਾ, ਉਹਨਾਂ ਕਹਿਣਾ, ਜੇ ਤੁਸੀਂ ਸਮੁੱਚੇ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ ਸਾਹਿਬ ਨਹੀਂ ਵੀ ਸਰਵਣ ਕਰ ਚੁੱਕੇ, ਘਬਰਾਓ ਨਾ, ਆਓ ਹੁਣ ਸਮਾਪਤੀ ਦੇ ਭੋਗ ਦੇ ਸ਼ਲੋਕ ਆਰੰਭ ਹੋਣ ਲੱਗੇ ਤੇ ਸਾਰੇ ਸੁਣ ਲਈਏ, ਗੁਰੂ ਗ੍ਰੰਥ ਸਾਹਿਬ ਦਾ ਮਹੱਤਵ ਮਿਲ ਜਾਏਗਾ। ਇਹ ਆਮ ਆਪਣੇ ਪ੍ਰਚਲਿਤ ਹੁੰਦੀਆਂ ਸੀ ਗੱਲਾਂ। ਜਿਵੇਂ ਸਤਿਕਾਰਯੋਗ ਭੈਣ ਜੀ ਹੋਰਾਂ ਨੇ ਲੰਬੀ ਹੇਕ ਦੇ ਵਿੱਚ ਉਹ ਸ਼ਲੋਕ ਗਾਇਨ ਕੀਤੇ ਨੇ, ਇਸੇ ਤਰ੍ਹਾਂ ਗ੍ਰੰਥੀ ਸਿੰਘ ਜਿਹੜੇ ਸੀ ਲੰਬੀਆਂ ਹੇਕਾਂ ਲਾ ਲਾ ਕੇ ਗਾਉਂਦੇ ਸੀ। ਉਹਦਾ ਕਾਰਨ ਸੀ ਕਿ ਇਹਨਾਂ ਹੌਲੀ ਸ਼ਬਦਾਂ ਨੂੰ ਗਾਇਆ ਜਾਵੇ ਕਿ ਸੁਣਨ ਵਾਲੇ ਨੂੰ ਸਮਝ ਆ ਜਾਵੇ ਕਿ ਕਿਆ ਕੀ ਗਿਆ ਹੈ। ਕਦੀ ਗੌਰ ਕੀਤਾ ਸਾਡੇ ਬਜ਼ੁਰਗ ਇਹ ਗੱਲ ਕਿਉਂ ਕਹਿੰਦੇ ਹੁੰਦੇ ਸੀ ਕਿ ਚਲੋ ਆਓ ਭੋਗ ਦੇ ਸ਼ਲੋਕ ਤੇ ਸੁਣ ਲਈਏ, ਸਮਾਪਤੀ ਦੇ ਸ਼ਲੋਕ ਸੁਣੀਏ। ਅਨਾਉਂਸਮੈਂਟ ਕਰਦੇ ਹੁੰਦੇ ਸੀ ਗ੍ਰੰਥੀ ਸਿੰਘ ਕਿ ਸਾਧ ਸੰਗਤ ਜੀ, ਅਖੰਡ ਪਾਠ ਸਾਹਿਬ ਜੀ ਦੇ ਭੋਗ ਦੇ ਸ਼ਲੋਕ ਸ਼ੁਰੂ ਹੋਣ ਲੱਗੇ ਨੇ ਤੇ ਆ ਕੇ ਸਰਵਣ ਕਰੋ। ਉਹਦਾ ਕਾਰਨ ਹੈ, ਮੈਂ ਸ਼ਾਇਦ ਪਿਛਲੇ ਦਿਨ ਵੀ ਨੁਕਤਾ ਸਾਂਝਾ ਕੀਤਾ ਸੀ, ਜਦੋਂ ਕੋਈ ਲੇਖ ਲਿਖਿਆ ਜਾਂਦਾ ਹੈ ਨਾ, ਉਸ ਲੇਖ ਦੇ ਅਖੀਰ ਵਿੱਚ ਸਾਰ ਅੰਸ਼ ਲਿਖਿਆ ਹੁੰਦਾ ਹੈ। ਤੁਸੀਂ ਵੀ, ਆਪਾਂ ਵੀ ਸਾਰੇ ਬੁੱਕਾਂ ਪੜ੍ਹਦੇ ਰਹੇ ਹਾਂ, ਪਿੱਛੇ ਸਾਰ ਅੰਸ਼ ਲਿਖਿਆ ਹੁੰਦਾ ਹੈ। ਸਾਰ ਅੰਸ਼ ਦਾ ਮਤਲਬ ਹੁੰਦਾ ਹੈ, ਉਹਦੇ ਵਿੱਚ ਦੱਸਿਆ ਹੁੰਦਾ ਹੈ ਕਿ ਇਸ ਲੇਖ ਵਿੱਚ ਕਿਹੜੇ ਕਿਹੜੇ ਵਿਸ਼ਿਆਂ ਦੇ ਉੱਤੇ ਗੱਲ ਕੀਤੀ ਗਈ ਹੈ, ਕਿਹੜੇ ਕਿਹੜੇ ਸਬਜੈਕਟ ਦੀ ਗੱਲ ਹੈ। ਇਹ ਜਿਹੜੇ ਸ਼ਲੋਕ ਆਪਾਂ ਸਰਵਣ ਕੀਤੇ ਆ ਨਾ, ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਰ ਅੰਸ਼ ਹੈ। ਇਹਦੇ ਵਿੱਚ ਉਹ ਸਾਰੇ ਸਬਜੈਕਟਾਂ ਦਾ ਜ਼ਿਕਰ ਕੀਤਾ ਗਿਆ ਜਿਨ੍ਹਾਂ ਦੇ ਬਾਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੁਰੂ ਸਾਹਿਬਾਨਾਂ ਨੇ, ਭਗਤ ਸਾਹਿਬਾਨਾਂ ਨੇ ਸਾਨੂੰ ਸਮਝਾਇਆ ਹੈ। ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਇਹਨਾਂ ਸ਼ਲੋਕਾਂ ਵਿੱਚੋਂ ਸਭ ਤੋਂ ਪਹਿਲਾ ਸ਼ਲੋਕ ਜਿਹੜਾ ਸਾਡੀ ਝੋਲੀ 'ਚ ਪਾਇਆ, ਮੈਂ ਕਈ ਵਾਰ ਸੋਚਦਾ, ਗੁਰਬਾਣੀ ਦੇ ਅੰਦਰ ਗੁਰੂ ਸਾਹਿਬਾਨ, ਭਗਤ ਸਾਹਿਬਾਨਾਂ ਨੇ ਅਕਾਲ ਪੁਰਖ ਪ੍ਰਮਾਤਮਾ ਨਾਲ ਸਾਨੂੰ ਪ੍ਰੀਤ ਕਰਨ ਵਾਸਤੇ ਪ੍ਰੇਰਿਆ ਹੈ, ਪਿਆਰ ਕਰਨ ਵਾਸਤੇ। ਵਾਹਿਗੁਰੂ ਪ੍ਰਮਾਤਮਾ ਨਾਲ, ਰੇ ਮਨ ਐਸੀ ਹਰਿ ਸਿਉ ਪ੍ਰੀਤ ਕਰ, ਜੈਸੀ ਮਛਲੀ ਨੀਰ। ਤੇ ਸ਼ਲੋਕਾਂ ਵਿੱਚ ਵੀ ਪਹਿਲਾ ਸ਼ਲੋਕ ਇਹੀ ਆਇਆ, ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ, ਕਹੋ ਨਾਨਕ ਹਰਿ ਭਜ ਮਨਾ, ਜਿਹ ਬਿਦ ਜਲ ਕੋ ਮੀਨ। ਮੀਨ ਦਾ ਅਰਥ ਹੈ ਮਛਲੀ। ਮਛਲੀ ਦੀ ਐਗਜ਼ਾਮਪਲ ਕਿਉਂ ਦਿੱਤੀ ਗਈ? ਬੜੀ ਬਰੀਕੀ ਵਾਲਾ ਨੁਕਤਾ ਹੈ, ਜੇ ਕਿਤੇ ਸਾਡੀ ਪਕੜ 'ਚ ਆ ਜਾਏ। ਗੁਰੂ ਸਾਹਿਬ ਕਹਿੰਦੇ ਨੇ, ਸਿੱਖਾ, ਜੇ ਤੂੰ ਅਕਾਲ ਪੁਰਖ ਨਾਲ, ਵਾਹਿਗੁਰੂ ਜੀ ਨਾਲ ਪਿਆਰ ਕਰਨਾ ਹੈ ਨਾ, ਤੇ ਮਛਲੀ ਵਾਂਗ ਕਰ। ਮਛਲੀ ਦੀ ਐਗਜ਼ਾਮਪਲ ਕਿਉਂ? ਉਹਦਾ ਕਾਰਨ ਹੈ, ਮਛਲੀ ਦਾ ਜਨਮ ਪਾਣੀ ਤੋਂ ਨਹੀਂ ਹੁੰਦਾ। ਮਛਲੀ ਦਾ ਜਨਮ ਮਛਲੀ ਤੋਂ ਹੀ ਹੁੰਦਾ ਹੈ, ਉਹਦੇ ਅੰਡਿਆਂ 'ਚੋਂ ਨਿਕਲਦੀ ਹੈ। ਪਰ ਮਛਲੀ ਦਾ ਜੀਵਨ ਪਾਣੀ ਦੇ ਨਾਲ ਜੁੜਿਆ ਹੋਇਆ ਹੈ। ਜਨਮ ਨਹੀਂ, ਜੀਵਨ ਪਾਣੀ ਨਾਲ ਜੁੜਿਆ ਹੋਇਆ ਹੈ। ਜਿੰਨਾ ਚਿਰ ਉਹ ਪਾਣੀ ਦੇ ਅੰਦਰ ਹੈ, ਦੁਨੀਆ ਦੀ ਕੋਈ ਤਾਕਤ ਉਹਨੂੰ ਮਾਰ ਨਹੀਂ ਸਕਦੀ। ਤੁਸੀਂ ਉਹਦੇ ਤੇ ਡਾਂਗ ਦਾ ਵਾਰ ਕਰੋ, ਤਲਵਾਰ ਦਾ ਵਾਰ ਕਰੋ, ਪਾਣੀ ਜਿਹੜਾ ਹੈ ਉਹ ਬਚਾਉਂਦਾ ਹੈ ਉਹਨੂੰ। ਉਹ ਮਰਦੀ ਨਹੀਂ ਜਿੰਨਾ ਚਿਰ ਪਾਣੀ ਦੇ ਅੰਦਰ ਹੈ। ਹਾਂ, ਜੋ ਪੈਦਾ ਹੋਇਆ ਉਹਨੇ ਇੱਕ ਨਾ ਇੱਕ ਦਿਨ ਤੇ ਜਾਣਾ ਹੀ ਹੁੰਦਾ ਹੈ, ਪਰ ਜੇ ਕੋਈ ਉਹਨੂੰ ਮਾਰਨਾ ਚਾਹਵੇ, ਉਹ ਮਰਦੀ ਨਹੀਂ ਹੈ। ਇਸ ਲਈ ਐਗਜ਼ਾਮਪਲ ਦਿੱਤੀ ਗਈ ਕਿ ਸਿੱਖ ਦਾ ਜਨਮ ਸੰਸਾਰਕ ਮਾਤਾ ਪਿਤਾ ਦੀ ਕੁੱਖੋਂ ਹੁੰਦਾ ਹੈ, ਪਰ ਸਿੱਖ ਦਾ ਜੀਵਨ ਗੁਰਬਾਣੀ ਦੇ ਵਿੱਚ ਹੁੰਦਾ ਹੈ। ਗੁਰੂ ਸਿੱਖ ਦੀ ਮਾਂ ਹੈ। ਆਪਾਂ ਪੜ੍ਹਦੇ ਹਾਂ ਨਾ, ਸਤਿਗੁਰ ਕੈ ਜਨਮੇ ਗਵਨ ਮਿਟਾਇਆ। ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰੂ ਮਾਂ ਹੈ। ਤੁਸੀਂ ਕਦੀ ਗੌਰ ਕਰਿਓ, ਭੈਣ ਜੀ ਹੋਰਾਂ ਨੇ ਵੀ ਹੋਣਾ,
ਜਦੋਂ ਆਨੰਦ ਸਾਹਿਬ ਦੀ ਬਾਣੀ ਆਰੰਭ ਕੀਤੀ ਤੇ ਉਹਨਾਂ ਬਚਨ ਪੜਿਆ ਸੀ, ਰਾਮ ਕਲੀ ਮਹਿਲਾ ਤੀਜਾ। ਮਹਿਲਾ ਸ਼ਬਦ ਵਰਤਿਆ, ਸਾਡੇ ਕਈ ਮਹੱਲਾ ਸ਼ਬਦ ਵੀ ਵਰਤਦੇ ਆ। ਮਹਿਲਾ ਸ਼ਬਦ ਦਾ ਕੀ ਭਾਵ ਹੈ? ਮਹਿਲਾ ਕਹਿੰਦੇ ਨੇ ਇਸਤਰੀ ਲਿੰਗ ਨੂੰ। ਕਈ ਵਾਰ ਬੱਚੇ ਸਵਾਲ ਕਰਦੇ, ਤੁਹਾਨੂੰ ਵੀ ਸ਼ਾਇਦ ਕਈਆਂ ਕੀਤਾ ਹੋਵੇ, ਮੇਰੇ ਸਾਹਮਣੇ ਬਹੁਤ ਆਉਂਦੇ ਨੇ ਕਿ ਕੀ ਕਾਰਨ ਹੈ ਕਿ ਗੁਰਬਾਣੀ, ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜਿੰਨੇ ਵੀ ਭਗਤਾਂ ਦੀ ਹੈ, ਗੁਰੂ ਸਾਹਿਬਾਨਾਂ ਦੀ, ਗੁਰਸਿੱਖ ਸਾਹਿਬਾਨਾਂ ਦੀ, ਸਾਰੇ ਮੇਲ ਆ, ਫੀਮੇਲ ਕੋਈ ਵੀ ਨਹੀਂ। ਇਹਦਾ ਰੀਜ਼ਨ ਕੀ? ਸਾਰੇ ਮੇਲ ਨੇ, ਗੁਰੂ ਸਾਹਿਬ ਵੀ ਮੇਲ, ਭਗਤ ਵੀ ਮੇਲ। ਜੇ ਗੁਰੂ ਸਾਹਿਬਾਨਾਂ ਦੀ ਗੱਲ ਗੁਰਸਿੱਖ ਸਾਹਿਬਾਨਾਂ ਦੀ ਗੱਲ ਕਰੀਏ, ਭਾਈ ਸੁੱਤਾ ਜੀ, ਭਾਈ ਬਲਵੰਡ ਜੀ, ਬਾਬਾ ਸੁੰਦਰ ਜੀ, ਮੇਲ, ਫੀਮੇਲ ਕੋਈ ਵੀ ਨਹੀਂ। ਜੋ ਮੈਂ ਮਹਿਸੂਸ ਕੀਤਾ ਗੁਰਬਾਣੀ ਪੜ੍ਹ ਕੇ, ਉਹਦਾ ਰੀਜ਼ਨ ਕੀ ਹੈ? ਅਸਲ ਵਿੱਚ ਅਕਾਲ ਪੁਰਖ ਪਰਮਾਤਮਾ ਦੇ ਨਾਲ ਸੰਬੰਧ ਹੀ ਫੀਮੇਲ ਦਾ ਹੈ। ਇਸ ਲਈ ਗੁਰਬਾਣੀ 'ਚ ਕਿਹਾ ਗਿਆ, ਇਸ ਜਗ ਮੈਂ ਪੁਰਖ ਏਕ ਹੈ, ਹੋਰ ਸਗਲੀ ਨਾਰ ਸਬਾਈ। ਕਰੋ ਰਸਨਾ ਸਾਂਝੀ, ਇਸ ਜਗ ਮੈਂ ਪੁਰਖ ਏਕ ਹੈ, ਹੋਰ ਸਗਲੀ ਨਾਰ ਸਬਾਈ। ਗੁਰੂ ਸਾਹਿਬਾਨਾਂ, ਭਗਤ ਸਾਹਿਬਾਨਾਂ ਜਾਂ ਗੁਰਸਿੱਖ ਸਾਹਿਬਾਨਾਂ ਜਦੋਂ ਵੀ ਅਕਾਲ ਪੁਰਖ ਪਰਮਾਤਮਾ ਦੇ ਬਾਰੇ ਗੱਲ ਕੀਤੀ, ਆਪਣੇ ਆਪ ਨੂੰ ਉਸ ਦੀ ਜੀਵ ਇਸਤਰੀ ਵਜੋਂ ਪੇਸ਼ ਕੀਤਾ। ਹਮਰੋ ਭਰਤਾ ਰਾਮ ਸਨੇਹੀ, ਕਿਤੇ ਖਸਮ ਕਿਹਾ, ਕਿਤੇ ਕੰਤ ਕਿਹਾ, ਕਿਤੇ ਮਾਲਕ ਕਿਹਾ, ਕਿਤੇ ਸਾਈਂ ਕਿਹਾ, ਕਿਤੇ ਪਤੀ ਕਿਹਾ। ਧਨ ਸੁਹਾਗਣ ਜੋ ਪ੍ਰਭੂ ਪਛਾਨੈ, ਆਪਣੇ ਆਪ ਨੂੰ ਦੀ ਸੁਹਾਗਣ ਵਜੋਂ ਪੇਸ਼ ਕੀਤਾ। ਫੀਮੇਲ ਦਾ ਸੰਬੰਧ ਤੇ ਹੈ ਹੀ ਹੈ ਪ੍ਰਮਾਤਮਾ ਨਾਲ, ਪਰ ਜਿਹੜਾ ਮੇਲ ਹੈ, ਜਿਹੜਾ ਆਪਣੇ ਆਪ ਨੂੰ ਪੁਰਖ ਖਵਾ ਰਿਹਾ ਹੈ, ਅਗਰ ਉਹਨੇ ਪ੍ਰਮਾਤਮਾ ਨਾਲ ਸਾਂਝ ਬਣਾਉਣੀ ਹੈ ਤੇ ਆਪਣੇ ਆਪ ਨੂੰ ਇਸਤਰੀ ਦੇ ਰੂਪ ਵਿੱਚ ਪ੍ਰਮਾਤਮਾ ਅੱਗੇ ਪੇਸ਼ ਕਰਨਾ ਪਵੇਗਾ। ਇਸੇ ਲਈ ਮੇਲ ਜਿਹੜੇ ਸੀ, ਉਹਨਾਂ ਨੂੰ ਇਸਤਰੀ ਵਜੋਂ ਪੇਸ਼ ਕਰਨਾ ਪਿਆ ਆਪਣੇ ਆਪ ਨੂੰ। ਇਹ ਨੁਕਤਾ ਬੜਾ ਬਰੀਕੀ ਵਾਲਾ ਜੀ। ਕਿਸੇ ਸਮੇਂ ਫਿਰ ਆਪਾਂ ਇਸ ਸਬਜੈਕਟ ਨੂੰ ਵੀ ਖੋਲਾਂਗੇ, ਕਿਉਂਕਿ ਸਮਾਂ ਬੜਾ ਸੀਮਤ ਹੈ। ਆਪਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਸ਼ਹਾਦਤ ਦੇ ਇਤਿਹਾਸ ਵਾਲੇ ਪਾਸੇ ਆਣਾ ਹੈ। ਮਛਲੀ ਜਿੰਨਾ ਚਿਰ ਪਾਣੀ ਦੇ ਵਿੱਚ ਹੈ, ਉਹਨੂੰ ਕੋਈ ਦੁਨੀਆ ਦੀ ਬਾਹਰ ਦੀ ਤਾਕਤ ਨਹੀਂ ਮਾਰ ਸਕਦੀ। ਉਹਨੂੰ ਮਾਰਨ ਦੇ ਦੋ ਹੀ ਤਰੀਕੇ ਨੇ, ਜਾਂ ਤੇ ਪਾਣੀ ਤੋਂ ਵੱਖ ਕਰ ਦਿਓ ਉਸਨੂੰ, ਜਾਂ ਪਾਣੀ ਦੇ ਵਿੱਚ ਕੋਈ ਕੈਮੀਕਲ ਮਿਲਾ ਦਿੱਤਾ ਜਾਵੇ। ਸਿੱਖ ਦਾ ਜਨਮ ਤੇ ਉਹਦੀ ਮਾਤਾ ਪਿਤਾ ਦੇ ਕੁੱਖੋਂ ਹੁੰਦਾ ਹੈ, ਪਰ ਉਸਦਾ ਜੀਵਨ ਜਿਹੜਾ ਹੈ ਉਹ ਗੁਰਬਾਣੀ ਦੇ ਵਿੱਚ ਪਲਦਾ ਹੈ। ਜਿੰਨਾ ਚਿਰ ਜੀਵਨ ਗੁਰਬਾਣੀ ਦੇ ਵਿੱਚ ਹੈ, ਦੁਨੀਆ ਦੀ ਕੋਈ ਤਾਕਤ ਸਿੱਖ ਨੂੰ ਖਤਮ ਨਹੀਂ ਕਰ ਸਕਦੀ। ਉਹਦਾ ਸਰੀਰ ਤੇ ਖਤਮ ਕਰ ਸਕਦੀ ਹੈ, ਉਹਦੇ ਸਰੀਰ ਦਾ ਬੰਦ ਕੱਟ ਸਕਦੀ ਹੈ, ਟਾਇਰ ਗਲਾਂ 'ਚ ਪਾ ਕੇ ਸਾੜ ਸਕਦੀ ਹੈ, ਹੁੰਦਾ ਰਿਹਾ ਅੱਜ ਤੱਕ, ਪਰ ਸਿੱਖ ਨੂੰ ਖਤਮ ਨਹੀਂ ਕਰ ਸਕਦੀ। ਸਿੱਖ ਨੂੰ ਖਤਮ ਕਰਨ ਵਾਸਤੇ ਵੀ ਸਿਰਫ ਦੋ ਹੀ ਤਰੀਕੇ ਨੇ, ਜਾਂ ਤੇ ਉਹਨੂੰ ਗੁਰਬਾਣੀ ਤੋਂ ਵੱਖ ਕਰ ਦਿਓ। ਆ ਹੁਣੇ ਜ਼ਿਕਰ ਕੀਤਾ ਨਾ ਸੈਕਟਰੀ ਸਾਹਿਬ ਨੇ, ਬਹੁਤ ਸਾਰੀਆਂ ਸੇਵਕ ਕਰਤ ਜਨ ਕੀ ਦੀ ਗੱਲ ਕਰਦਿਆਂ ਹੋਇਆ, ਜਿਹੜੇ ਸੋ ਕਾਲਡ ਬਾਬੇ ਸਾਧੂ ਸੰਤ ਤੇ ਹੋਰ ਪਤਾ ਨਹੀਂ ਕੀ ਕੁਛ ਹੈ। ਇਹ ਸਾਰਾ ਕੁਛ ਕਾਹਦੇ ਲਈ ਹੈ? ਗੁਰਬਾਣੀ ਤੋਂ ਕਿਸੇ ਤਰ੍ਹਾਂ ਸਿੱਖ ਨੂੰ ਵੱਖਰਾ ਕੀਤਾ ਜਾਵੇ। ਈਵਨ ਇੱਥੋਂ ਤੱਕ ਜਿਹੜੀਆਂ ਗੁਰੂ ਸਾਹਿਬਾਨਾਂ ਦੇ ਨਾਂ ਤੇ ਕਾਲਪਨਿਕ ਫੋਟੋਆਂ ਵੀ ਜਿਹੜੀਆਂ ਪ੍ਰਮੋਟ ਕੀਤੀਆਂ ਗਈਆਂ, ਆਪਾਂ ਘਰਾਂ ਦਾ ਸ਼ਿੰਗਾਰ ਬਣਾਈਆਂ ਨੇ, ਇਹ ਵੀ ਸਭ ਕੁਛ ਕਾਹਦੇ ਲਈ ਹੈ? ਸਿੱਖ ਦਾ ਧਿਆਨ ਇਹ ਜਾਵੇ, ਇਹ ਫੋਟੋ ਜਿਹੜਾ ਹੈ, ਫੋਟੋ ਦੇ ਵਿੱਚ ਜਿਹੜੇ ਤਸਵੀਰ ਹੈ, ਇਹ ਸਾਡਾ ਗੁਰੂ ਹੈ, ਕਿਤੇ ਸ਼ਬਦ ਵਾਲੇ ਪਾਸੇ ਨਾ ਸਿੱਖ ਚਲੇ ਜਾਵੇ, ਬਾਣੀ ਵਾਲੇ ਪਾਸੇ ਨਾ ਚਲੇ ਜਾਵੇ। ਅਜੇ ਕਿ ਗੁਰੂ ਹੋਕਾ ਦਿੰਦਾ ਹੈ, ਬਾਣੀ ਗੁਰੂ ਹੈ ਬਾਣੀ। ਗੁਰੂ ਖੁਦ ਕਹਿ ਰਿਹਾ ਕਿ ਬਾਣੀ ਗੁਰੂ ਹੈ। ਪਰ ਵੇਖੋ ਕਿੰਨੀ ਕਮਾਲ ਦੀ ਗੱਲ, ਬਾਣੀ ਤੋਂ ਵੱਖਰਿਆਂ ਕਰਨ ਲਈ ਸਿੱਖ ਨੂੰ, ਸਿੱਖ ਆਪਣੇ ਮੂੰਹੋਂ ਕਹਿ ਰਿਹਾ, ਆਹ ਤਸਵੀਰ ਵਿੱਚ ਜਿਹੜੀ ਫੋਟੋ ਇਹਦੇ ਵਿੱਚ ਜਿਹੜੀ ਤਸਵੀਰ, ਇਹ ਮੇਰਾ ਗੁਰੂ ਹੈ। ਅਸੀਂ ਰੋਜ਼ ਦੋਹਰਾ ਪੜ੍ਹਦੇ ਹਾਂ ਅਰਦਾਸ ਤੋਂ ਬਾਅਦ, ਹੁਣ ਵੀ ਪੜ੍ਹਿਆ, ਸਮਾਪਤੀ ਤੇ ਫਿਰ ਪੜ੍ਹਨਾ ਹੈ। ਕਰੋ ਰਸਨਾ ਸਾਂਝੀ ਸਾਰੇ। ਆਗਿਆ ਭਈ ਤਬੀ ਚਲਾਇਓ, ਸਭ ਸਿੱਖਣ ਕੋ
गुरु मानियो, फिर पढ़ो सब सिखण को गुरु मानियो। ਇਹਦਾ मतलब कभी समझ हुक्म ਦਾ अर्थ की ਹੁੰਦਾ जी? ऑर्डर आ, ये मनना ही पैना। की ऑर्डर आ? गुरु मानियो, अगे की क्या? गुरु ग्रंथ जी प्रगट गुरां की। अगली जिहड़ी लाइन है कदे बरीकी नाल इहनूं समझियो, जो प्रभ को मिलबो चाहे, जो जेड़े प्रभ को अकाल पुरख परमात्मा नूं मिलबो मिलना चाहे, की करन जी? खोज शब्द मैले, शब्द दे विच उहनूं खोजना। बड़ा खूबसूरत शब्द है गुरबाणी अंदर, ओथी परमेश्वर का थान। ਇਹਦਾ अर्थ की ਹੁੰਦਾ है? ये रब का थान। ਇਹਦਾ मतलब ਇਹਦੇ ਵਿੱਚ परमात्मा है ਤੇ ਉਹਦੇ ਵਿੱਚ ਕੀ ਹੈ? शब्द। ਇਹਦਾ अर्थ है शब्द ਦੇ ਵਿੱਚ परमात्मा है। बिन सतगुर किनै ना पायो, बिन सतगुर किनै ना पाया, सतगुर विच आप रखे ओन। फिर पढ़ो, सतगुर विच आप रखे ओन। ये कोई लुकी छिपी गल नहीं, कर प्रगट आख सुनाया। प्रगट का मतलब की होंदा जी? प्रतख कह के सुनाया। गुरु नानक साहब पातशाह जी दे रब्बी बोल ने, आसा दी वार। जिन्ना चिर साडा जीवन गुरबाणी दे विच है, गुरबाणी नाल जुड़िया है, साडे जीवन नूं कोई आत्मक मौतें मार नहीं सकता। ना कोई विकार, ना कोई लालच, कोई भी नहीं मार सकता जद तक गुरबाणी दे नाल साडा जीवन जुड़िया है। अगर सिख दी आत्मा नूं खत्म करना है ना, दो ही कारण है, जां ते गुरबाणी तो वखरा कर दो इहदा जीवन। इसे लई गुरु ग्रंथ साहिब की हजूरी विच पता नहीं किन्ना किन्ना दी कहानियां सुनाईयां जांदियां ने गुरबाणी तो वखरिया करने लई, होर पासे प्रेरिया जाता है। जां जिवें पानी विच कैमीकल मिला दिता जाए ना, मछली तड़फ तड़फ के मर जाती, उही पानी उस पानी विच रहिंदे मर जाती है। इसे ही तरह जदों सिख नूं गुरु ग्रंथ साहिब जी की रब्बी गुरबाणी तो बगैर किसी होर चीज़ दा खुराक दी जाती है ना, ਉਹਦਾ जीवन भी तड़फ तड़फ के मर जाता है। कदे बरीकी नाल गुरबाणी दे नाल लफ्ज़ां नूं समझण की कोशिश करियो। गुरु तेग बहादुर पातशाह जी ने बख्शिश की। आओ शब्द गुरु तेग बहादुर साहब जी का आपां उहदे शब्द नूं समझना विचारना है, फिर इतिहास वाला पक्ष वाचांगे। सोरठ राग विच एक सतगुरु जी का शब्द है, रे मन राम स्यों कर प्रीत। एक नुकता होर साझा कर लवां। ये नुकते मैं तां साझे करदा हुंदा क्योंकि असल विच ना साडे जिहन विच बहुत सारियां ऐसियां गल्लां शुरू तो पाईयां गईयां, छोटे हुंदियां तो असीं सुणदे भी आए, ਜਿਹੜੀਆਂ ਘਰ ਕਰ ਗਈਆਂ ਨੇ, ਅੱਜ ਉਹ ਕਿਤੇ ਨਾ ਕਿਤੇ ਸਾਡੇ ਜੀਵਨ ਦਾ ਅੰਗ ਬਣ ਗਈਆਂ। ਸਾਡੇ ਵਿੱਚ ਇੱਕ ਆਮ ਧਾਰਨਾ ਹੈ, ਆਪਾਂ ਅਰਦਾਸ ਵੀ ਕਰਦੇ ਹਾਂ ਕਿ ਬਾਣੀ ਪੜ੍ਹਨੀ ਹੈ ਤੇ ਵਾਹਿਗੁਰੂ ਸੁਣਦਾ ਹੈ। ਆਪਾਂ ਅਰਦਾਸ ਵੀ ਕਰਦੇ ਨਾ, ਪੜ੍ਹੀ ਸੁਣੀ ਬਾਣੀ ਸੱਚਖੰਡ ਪ੍ਰਵਾਨ ਕਰ ਲਈ, ਵੀ ਪ੍ਰਮਾਤਮਾ ਆਪਣੇ ਦਰ ਤੇ ਪ੍ਰਵਾਨ ਕਰੇਗਾ। ਬਾਣੀ ਪੜ੍ਹਨੀ ਹੈ, ਵਾਹਿਗੁਰੂ ਸੁਣਦਾ ਹੈ, ਸੁਣ ਕੇ ਖੁਸ਼ ਹੁੰਦਾ ਹੈ, ਖੁਸ਼ ਹੋ ਕੇ ਕਿਰਪਾ ਕਰਦਾ ਹੈ। ਕੀ ਇਹ ਗੁਰਬਾਣੀ ਰੱਬ ਨੂੰ ਸੁਣਾਉਣ ਦਾ ਵਿਸ਼ਾ ਹੈ? ਕਿ ਸਿੱਖ ਨੇ ਬਾਣੀ ਇਸ ਲਈ ਪੜ੍ਹਨੀ ਹੈ ਕਿ ਪ੍ਰਮਾਤਮਾ ਸੁਣੇਗਾ ਤੇ ਖੁਸ਼ ਹੋਵੇਗਾ ਤੇ ਕੁਛ ਦੇਵੇਗਾ? ਨਹੀਂ, ਗੁਰਬਾਣੀ ਰੱਬ ਨੂੰ ਸੁਣਾਉਣ ਦਾ ਵਿਸ਼ਾ ਹੈ ਹੀ ਨਹੀਂ। ਗੁਰਬਾਣੀ ਮਨ ਨੂੰ ਸੁਣਾਉਣ ਦਾ ਵਿਸ਼ਾ ਹੈ। ਸਮਾਪਤੀ ਦੇ ਸ਼ਲੋਕ ਤੁਸੀਂ ਸੁਣੇ ਆ ਨਾ, ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ, ਸਾਰਾਂਸ਼ ਗੁਰੂ ਗ੍ਰੰਥ ਸਾਹਿਬ ਜੀ ਦਾ ਜਿੰਨੇ ਸ਼ਲੋਕ ਨੇ ਉਹਨਾਂ ਵਿੱਚ ਕੀ ਹੈ? ਕਹੋ ਨਾਨਕ ਹਰ ਭਜ ਮਨਾ, ਕਹੋ ਨਾਨਕ ਸੁਨ ਰੇ ਮਨਾ, ਮਨ ਰੇ ਰਾਮ ਸਿਉ ਕਰ ਪ੍ਰੀਤ। ਮਨ ਨੂੰ ਕਿਹਾ ਹੈ, ਨਾ ਕਿ ਪ੍ਰਮਾਤਮਾ ਨੂੰ ਕਿਹਾ ਹੈ ਕਿ ਪ੍ਰਮਾਤਮਾ ਨਾਲ ਪ੍ਰੀਤ ਕਰ। मैं कई बार सोचदा, आनंद साहब की समाप्ति ते खूबसूरत बचन गुरु साहब का आया सी,
ਸੁਣ ਤੇ ਪੁਨੀਤ, ਕਹਿ ਤੇ ਪਵਿੱਤ। ਉਹਨਾਂ ਵਿੱਚ ਇੱਕ ਬਚਨ ਪਹਿਲਾਂ ਆਇਆ ਸੀ, ਦੁੱਖ ਰੋਗ ਸੰਤਾਪ ਉਤਰੇ। ਕਦੋਂ? ਸੁਣੀ ਸੱਚੀ ਬਾਣੀ। ਰੱਬ ਨੂੰ ਸੁਣਾਉਣ ਦੀ ਗੱਲ ਤੇ ਨਹੀਂ ਚੱਲੀ। ਫਿਰ ਕਈ ਵਾਰ ਅਸੀਂ ਕਹਿੰਦੇ ਭਾਈ ਸਾਹਿਬ ਸਾਡੀ ਤੇ ਜ਼ਿੰਦਗੀ ਬੀਤ ਚੱਲੀ, ਬਾਣੀ ਪੜ੍ਹਦੇ ਹਾਂ, ਜੀਵਨ ਤੇ ਉਸੇ ਤਰ੍ਹਾਂ ਦੁਖੀ ਆ, ਪਰੇਸ਼ਾਨੀਆਂ 'ਚ ਘਿਰਿਆ ਹੋਇਆ ਵਾ। ਤੁਸੀਂ ਕਹਿੰਦੇ ਹੋ ਕਿ ਬਾਣੀ ਨਾਲ ਦੁੱਖ ਟੁੱਟਦੇ ਆ, ਬਾਣੀ ਦੇ ਨਾਲ ਪਰੇਸ਼ਾਨੀਆਂ ਚਿੰਤਾਵਾਂ ਖਤਮ ਹੁੰਦੀਆਂ। ਹੁਣੇ ਗੁਰੂ ਸਾਹਿਬ ਦਾ ਰੱਬੀ ਹੁਕਮ ਸਰਵਣ ਕੀਤਾ ਹੈ, ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਟਾਈ। ਕਦੇ ਬਰੀਕੀ ਨਾਲ ਸਿੱਖ ਇਹਨਾਂ ਸ਼ਬਦਾਂ ਨੂੰ ਸਮਝਣ ਦੀ ਕੋਸ਼ਿਸ਼ ਤੇ ਕਰੇ। ਜਦੋਂ ਜੀਵਨ ਵਿੱਚ ਧੁਰ ਕੀ ਬਾਣੀ, ਅਕਾਲ ਪੁਰਖ ਦੀ ਬਾਣੀ ਜੀਵਨ ਵਿੱਚ ਆ ਗਈ, ਗੱਲ ਨੂੰ ਸਮਝੋ, ਜੀਵਨ ਵਿੱਚ ਜਦੋਂ ਬਾਣੀ ਆ ਗਈ, ਸਾਡੇ ਸੁਭਾਅ ਵਿੱਚ, ਸਾਡੇ ਕਿਰਦਾਰ ਵਿੱਚ, ਸਾਡੇ ਵਿਹਾਰ ਵਿੱਚ ਜਦੋਂ ਬਾਣੀ ਆ ਗਈ, ਹੋਇਆ ਕੀ? ਤਿੰਨ ਸਗਲੀ ਚਿੰਤ ਮਟਾਈ। ਜੀਵਨ ਦੇ ਵਿੱਚੋਂ ਚਿੰਤਾ ਖਤਮ। ਦੁੱਖ ਰੋਗ ਸੰਤਾਪ ਉਤਰੇ। ਕਦੋਂ ਉਤਰੇ? ਸੁਣੀ। ਜਦੋਂ ਸੁਣੀ, ਨਾ ਕਿ ਸੁਣਾਈ। ਗੁਰਬਾਣੀ ਮਨ ਨੂੰ ਸੁਣਾਉਣਾ ਹੈ, ਮਨ ਨੇ ਸੁਣਨਾ ਹੈ, ਮਨ ਨੇ ਸੁਣ ਕੇ ਉਹਨੂੰ ਵਿਚਾਰਨਾ ਹੈ, ਸਮਝਣਾ ਹੈ ਤੇ ਜੀਵਨ ਦੇ ਵਿੱਚ ਪ੍ਰੈਕਟੀਕਲ ਜਿਉਣਾ ਹੈ। ਇਸ ਲਈ ਸ਼ਬਦ ਆਉਂਦਾ ਹੈ, ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਹੈ। ਜੀਵਨ ਨੇ ਗੁਰਬਾਣੀ ਬਣਨਾ ਹੈ। ਸੱਚਖੰਡ ਵਿੱਚ ਬਾਣੀ ਪ੍ਰਵਾਨ ਨਹੀਂ ਹੋਣੀ। ਕੀ ਹੋਣਾ ਹੈ? ਸਤਿਗੁਰੂ ਜੋ ਮੈਂ ਬਾਣੀ ਪੜ੍ਹੀ ਸੁਣੀ ਹੈ, ਇਹ ਮੇਰਾ ਜੀਵਨ ਬਣ ਜਾਵੇ ਤੇ ਮੇਰਾ ਜੀਵਨ ਤੇਰੇ ਦਰ ਤੇ ਪ੍ਰਵਾਨ ਹੋ ਜਾਵੇ, ਸੱਚਖੰਡ 'ਚ ਪ੍ਰਵਾਨ ਹੋ ਜਾਵੇ ਮੇਰਾ ਜੀਵਨ। ਪ੍ਰਵਾਨ ਤੇ ਜੀਵਨ ਨੇ ਹੋਣਾ ਹੈ। ਪ੍ਰਵਾਨ ਤੇ ਸਾਡੀ ਜ਼ੁਬਾਨ ਦੇ ਬੋਲਣ ਨੇ ਹੋਣਾ ਹੈ, ਸਾਡੇ ਅੱਖਾਂ ਦੀ ਤੱਕਣੀ ਨੇ ਹੋਣਾ ਹੈ, ਸਾਡੇ ਕੰਨਾਂ ਦੇ ਸਰੋਤ ਨੇ ਪ੍ਰਵਾਨ ਹੋਣਾ ਹੈ, ਸਾਡੇ ਹੱਥਾਂ ਦੀ ਕਰਨੀ ਨੇ ਪ੍ਰਵਾਨ ਹੋਣਾ ਹੈ। ਕਿਉਂਕਿ ਪਰਮਾਤਮਾ ਦੀ ਨਜ਼ਰ ਦੇ ਵਿੱਚ ਘੋਖਿਆ ਕਰਨੀ ਨੂੰ ਜਾਣਾ ਹੈ। ਆਓ ਗੁਰੂ ਜੀ ਨੂੰ ਪੁੱਛ ਲੈਂਦੇ ਆਪਾਂ। ਗੁਰੂ ਸਾਹਿਬ ਜੀ ਬਖਸ਼ਿਸ਼ ਕਰਕੇ ਦੱਸੋ, ਵਾਹਿਗੁਰੂ ਪਰਮਾਤਮਾ ਕੀ ਘੋਖਦਾ ਹੈ? ਹਜ਼ੂਰ ਜੀ ਕਹਿੰਦੇ, ਅੱਗੇ ਕਰਨੀ ਕੀਰਤ ਵਾਚੀ ਹੈ। ਫਿਰ ਪੜੋ, ਅੱਗੇ ਆਸਾ ਦੀ ਵਾਰ ਹੈ। ਵੈਸੇ ਬੜੀ ਪਲੈਨਿੰਗ ਦੇ ਨਾਲ ਆਸਾ ਦੀ ਵਾਰ ਸਾਡੇ ਜੀਵਨ ਚੋਂ ਪਾਸੇ ਕੀਤੀ ਇਹਨਾਂ ਲੋਕਾਂ ਨੇ, ਬੜੀ ਪਲੈਨਿੰਗ ਨਾਲ। ਸਿੱਖ ਆਸਾ ਦੀ ਵਾਰ ਨਾ ਕਿਤੇ ਪੜ੍ਹਦੇ, ਜਦੋਂ ਕਿ ਸਿੱਖ ਦਾ ਨਿਤਨੇਮ ਆਸਾ ਦੀ ਵਾਰ ਹੈ। ਕਿਤੇ ਪੜ੍ਹ ਕੇ ਵੇਖੀਏ ਇਤਿਹਾਸ। ਸਿੱਖ ਦਾ ਨਿਤਨੇਮ ਆਸਾ ਦੀ ਵਾਰ ਹੈ। ਜਪਜੀ ਸਾਹਿਬ ਆਸਾ ਦੀ ਵਾਰ, ਅੰਮ੍ਰਿਤ ਵੇਲੇ ਦਾ ਨਿਤਨੇਮ ਹੁੰਦਾ ਹੈ ਸਿੱਖ ਦਾ। ਗੁਰੂ ਕਾਲ ਤੋਂ ਹੀ ਚੱਲਿਆ ਆ ਰਿਹਾ ਹੈ। ਅੱਗੇ ਕਰਨੀ ਕੀਰਤ ਵਾਚੀਐ, ਬਹਿ ਲੇਖਾ ਕਰ ਸਮਝਾਇਆ। ਜਪਜੀ ਸਾਹਿਬ ਤੇ ਆਪਾਂ ਸਾਰੇ ਪੜ੍ਹਦੇ ਸੁਣਦੇ ਹੋਵਾਂਗੇ। ਕਿੱਡਾ ਖੂਬਸੂਰਤ ਬਚਨ ਹੈ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ। ਅੱਗੇ ਪੜੋ। ਕਰਮੀ ਦਾ ਅਰਥ ਕੀ ਹੁੰਦਾ ਜੀ? ਜੋ ਕਰਦੇ ਆ। ਪ੍ਰਵਾਨ ਕਰਨੀ ਨੇ ਹੋਣਾ ਹੈ, ਜੋ ਸਾਡੀ ਕਰਨੀ ਹੈ। ਜੋ ਅਸੀਂ ਕਿਸੇ ਜੌਬ ਤੇ ਕਰਨੀ ਕਰ ਰਹੇ ਹਾਂ, ਕਿਸੇ ਬਿਜ਼ਨਸ ਵਿੱਚ ਕਰਨੀ ਕਰ ਰਹੇ ਹਾਂ, ਕਿਸੇ ਨਾਲ ਗੱਲਬਾਤ ਕਰਦੇ ਹਾਂ, ਬੋਲਦੇ ਪਏ ਹਾਂ, ਉਹ ਕਰਨੀ ਕਰ ਰਹੇ ਹਾਂ। ਕਿਸੇ ਨੂੰ ਦੇਖਣ ਵੇਲੇ ਜੋ ਸਾਡੇ ਨਜ਼ਰੀਆ ਹੈ, ਜਿਸ ਨਜ਼ਰੀਏ ਦੇ ਅਧੀਨ ਹੋ ਕੇ ਤੱਕ ਰਹੇ ਹਾਂ, ਈਰਖਾ ਨਫ਼ਰਤ ਹੈ ਜਾਂ ਪਿਆਰ ਵਾਲਾ ਨਜ਼ਰੀਆ ਹੈ, ਉਹ ਕਰਨੀ ਜਿਹੜੀ ਹੈ, ਇਹ ਵਾਹਿਗੁਰੂ ਪਰਮਾਤਮਾ ਦੇਖਦਾ ਹੈ। ਇਸੇ ਚੀਜ਼ ਨੇ ਪ੍ਰਵਾਨ ਹੋਣਾ ਹੈ। ਅਗਰ ਇਹਦੇ ਵਿੱਚ ਗੁਰਬਾਣੀ ਹੈ, ਪ੍ਰਵਾਨ ਹੈ। ਅਗਰ ਗੁਰਬਾਣੀ ਨਹੀਂ ਹੈ, ਇਹਦਾ ਮਤਲਬ ਸਾਡੀ ਕਰਨੀ, ਸਾਡਾ ਕਿਰਦਾਰ ਮੁਰਦਾ ਹੈ। ਤੇ ਮੁਰਦੇ ਨੂੰ ਕੋਈ ਐਕਸੈਪਟ ਨਹੀਂ ਜੇ ਕਰਦਾ, ਕੋਈ ਕਬੂਲਦਾ ਜੀ। ਗੁਰੂ ਸਾਹਿਬ ਵੀ ਕਹਿੰਦੇ ਨੇ ਕਿ ਜਦੋਂ ਸਰੀਰ ਦੇ ਵਿੱਚੋਂ ਭੌਰ ਉੱਡ ਜਾਂਦਾ, ਹੰਸ ਉੱਡ ਜਾਂਦਾ ਹੈ, ਫਿਰ ਕੀ ਹੁੰਦਾ ਹੈ? ਕਾਢੋ ਕਾਢੋ ਹੋਈ। ਕਿੱਡਾ ਖੂਬਸੂਰਤ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਬਦ ਹੈ, ਪ੍ਰੀਤਮ ਜਾਨ ਲੇਹ ਮਨ ਮਾਹੀ, ਆਪਣੇ ਸੁਖ ਸਿਉ ਹੀ ਜਗ ਫਾਂਦਿਓ, ਕੋ ਕਾਹੂ ਕੋ ਨਾਹੀ।
सुख मैं आन बहुत मिल बैठत, रहत चहूं दिस घेरै, विपत परी सब ही संग छाडत, को न आवत नेरै। अगली पंक्तियां पढ़ो। घर की नार बहुत हित जास्यों, सदा रहत संग लागी, जब ही हंस तजी एह काया, प्रेत प्रेत कर भागी। मुर्दे ਨੂੰ ਕੋਈ ਐਕਸੈਪਟ ਨਹੀਂ ਕਰਦਾ। ਮੁਰਦੇ ਦੇ ਦੋ ਹੀ ਹੁੰਦੇ ਨੇ ਤਰੀਕੇ, ਜਾਂ ਉਹਨੂੰ ਸਾੜ ਦਿੱਤਾ ਜਾਂਦਾ ਹੈ ਤੇ ਜਾਂ ਦਫਨਾ ਦਿੱਤਾ ਜਾਂਦਾ ਹੈ। ਜਿਉਂਦਾ ਹੀ ਪ੍ਰਵਾਨ ਹੁੰਦਾ ਹੈ। ਜਿਹੜਾ ਜੀਵਨ ਗੁਰਬਾਣੀ ਤੋਂ ਟੁੱਟਿਆ ਹੋਇਆ ਹੈ, ਅਕਾਲ ਪੁਰਖ ਪਰਮਾਤਮਾ ਦੀ ਨਜ਼ਰ ਵਿੱਚ ਮੁਰਦਾ ਜੀਵਨ ਹੈ। ਆਪਾਂ ਗੁਰੂ ਜੀ ਨੂੰ ਪੁੱਛ ਲੈਂਦੇ ਹਾਂ। ਮੇਰੀ ਕੋਸ਼ਿਸ਼ ਹੁੰਦੀ ਹੈ ਮੈਂ ਜੋ ਤੁਹਾਡੇ ਨਾਲ ਗੱਲ ਕਰਾਂ ਗੁਰਬਾਣੀ ਤੋਂ ਬਾਹਰ ਨਾ ਜਾਵੇ। ਸਤਿਗੁਰੂ ਜੀ ਕਹਿੰਦੇ ਨਾਮ ਬਿਨਾ ਨਾ ਜੀਵਿਆ ਜਾਏ। ਨਾਮ ਦਾ ਅਰਥ ਕੀ ਹੈ? ਬਾਣੀ, ਗੁਰਮੁਖ ਬਾਣੀ ਨਾਮ ਹੈ। ਇਹਦਾ ਅਰਥ ਕੀ ਹੋਇਆ? ਗੁਰਬਾਣੀ ਤੋਂ ਬਗੈਰ ਜੀਵਨ ਜੀਵਿਆ ਨਹੀਂ ਜਾਂਦਾ, ਭਾਵ ਜੀਵਨ ਮੁਰਦਾ ਹੈ। ਨਾਮ ਬਿਨਾ ਨਾ ਜੀਵਿਆ ਜਾਏ, ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ। ਵਾਹਿਗੁਰੂ, ਕਿਤੇ ਨਾ ਪੰਕਤੀਆਂ ਨੂੰ ਕੱਲਿਆ ਬਹਿ ਕੇ ਬਰੀਕੀ ਨਾਲ ਸੋਚਿਓ। ਸਭ ਹਰਾਮ ਜੇਤਾ ਕਿਛ ਖਾਏ। ਆਸਾ ਦੀ ਵਾਰ ਵਿੱਚ ਜਿਹੜੇ ਸ਼ੰਤ ਗਾਇਨ ਕਰਦੇ ਨੇ ਕੀਰਤਨੀਏ ਸਿੰਘ, ਉਹਨਾਂ 'ਚ ਇੱਕ ਵਚਨ ਆਉਂਦਾ ਹੈ, ਜਿਨੀ ਐਸਾ ਹਰ ਰਾਮ ਨਾ ਚੇਤਿਓ, ਸੇ ਕਾਹੇ ਜਗ ਆਏ ਰਾਮ ਰਾਜੀ। ਉਹ ਕਿਉਂ ਸੰਸਾਰ ਵਿੱਚ ਆ ਗਏ? ਮਰ ਨਾ ਜਾਹੀ ਜਿਨਾ ਬਿਸਰਤ ਨਾਮ। ਇਹਦਾ ਅਰਥ ਹੈ ਜਿਹੜਾ ਜੀਵਨ ਗੁਰਬਾਣੀ ਨਾਲੋਂ ਟੁੱਟਿਆ ਹੋਇਆ ਹੈ, ਜੇ ਜੀਵਨ ਜ਼ਬਾਨ ਦਾ ਟੁੱਟਿਆ ਹੈ, ਉਹ ਮੁਰਦਾ ਜੀਵਨ ਹੈ ਪਰਮਾਤਮਾ ਦੀ ਨਜ਼ਰ ਵਿੱਚ। ਆਪਾਂ ਜਦੋਂ ਸਕੂਲ ਪੜ੍ਹਦੇ ਹੁੰਦੇ ਸੀ ਨਾ, ਇੱਕ ਆਪਾਂ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਨਾਲ ਸੰਬੰਧਿਤ ਇੱਕ ਸਾਖੀ ਜਿਹੜੀ ਕਹਾਣੀ ਉਹਦੇ 'ਚ ਲਿਖੀ ਹੁੰਦੀ ਸੀ। ਹੁਣ ਮੈਨੂੰ ਯਾਦ ਨਹੀਂ ਆ ਰਿਹਾ ਕਿਹੜੀ ਕਲਾਸ ਵਿੱਚ ਸੀ, ਤੁਹਾਨੂੰ ਯਾਦ ਆ ਜਾਏਗੀ। ਵੀ ਇੱਕ ਵਾਰ ਗੁਰੂ ਸਾਹਿਬ ਦਾ ਜਿਹੜਾ ਸੇਵਾਦਾਰ ਸੀ ਕਿਤੇ ਦੂਰ ਸੀ, ਤੇ ਗੁਰੂ ਸਾਹਿਬ ਜੀ ਨੇ ਪਾਣੀ ਮੰਗਿਆ। ਇੱਕ ਖੂਬਸੂਰਤ ਨੌਜਵਾਨ ਬੱਚਾ ਉਹ ਪਾਣੀ ਦਾ ਕਟੋਰਾ ਲੈ ਕੇ ਆਇਆ। ਉਹਦਾ ਸਿਰਲੇਖ ਹੁੰਦਾ ਸੀ, ਟਾਈਟਲ ਹੁੰਦਾ ਸੀ ਉਸ ਜਿਹੜਾ ਲੈਸਨ ਦਾ, ਜਿਹੜੇ ਹੱਥ ਨਾ ਕਰਦੇ ਕਾਰ, ਦੁਨੀਆ ਉੱਤੇ ਹੁੰਦੇ ਭਾਰ। ਇਸ ਤਰ੍ਹਾਂ ਕਰਕੇ ਸੀ। ਤੇ ਗੁਰੂ ਸਾਹਿਬ ਜੀ ਜਦੋਂ ਉਹਦੇ ਹੱਥੋਂ ਕਟੋਰਾ ਫੜਿਆ ਨਾ, ਤੇ ਉਹਦੇ ਹੱਥ ਵੱਲ ਨਿਗਾਹ ਗਈ। ਕੋਮਲ ਜੇ ਮੁਲਾਇਮ ਜੇ ਹੱਥ, ਜਿਵੇਂ ਕੁਛ ਕੀਤਾ ਹੀ ਨਾ ਹੋਵੇ ਕਦੀ। ਗੁਰੂ ਸਾਹਿਬ ਕਹਿੰਦੇ ਕਾਕਾ ਕਦੀ ਕੰਮ ਨਹੀਂ ਕੀਤਾ, ਹੱਥ ਬੜੇ ਮੁਲਾਇਮ ਹੈ। ਕਹਿਣ ਲੱਗਾ ਮਹਾਰਾਜ ਬਹੁਤ ਕੁਛ ਹੈ, ਕੰਮ ਕਰਨ ਦੀ ਲੋੜ ਹੀ ਨਹੀਂ, ਨੌਕਰ ਚਾਕਰ ਹੈਗੇ ਨੇ। ਗੁਰੂ ਸਾਹਿਬ ਜੀ ਨੇ ਪਾਣੀ ਵਗਾ ਕੇ ਸੁੱਟ ਦਿੱਤਾ। ਕਹਿੰਦੇ ਮੁਰਦਾ ਹੱਥ ਦਾ ਪਾਣੀ ਨਹੀਂ ਪੀਣਾ। ਅਕਾਲ ਪੁਰਖ ਨੇ ਹੱਥ ਕਰਮ ਕਰਨ ਲਈ ਦਿੱਤੇ ਆ, ਤੇ ਜਿਹੜੇ ਹੱਥ ਕਰਮ ਹੀ ਨਾ ਕਰਨ ਫਿਰ ਮੁਰਦਾ ਹੀ ਹੈ ਨਾ। ਇਸ ਲਈ ਜਿਹੜਾ ਜੀਵਨ ਦਾ ਅੰਗ, ਚਾਹੇ ਅੱਖਾਂ ਨੇ, ਚਾਹੇ ਜ਼ਬਾਨ ਹੈ, ਚਾਹੇ ਕੰਨ, ਹੱਥ, ਪੈਰ, ਜੋ ਵੀ ਹੈ, ਗੁਰਬਾਣੀ ਦੇ ਮੁਤਾਬਕ ਨਹੀਂ ਨਾ ਚੱਲਦੇ, ਅਕਾਲ ਪੁਰਖ ਪਰਮਾਤਮਾ ਦੀ ਨਜ਼ਰ ਵਿੱਚ ਉਹ ਮੁਰਦਾ ਨੇ। ਤੇ ਜਿਹੜੇ ਮੁਰਦਾ ਹੁੰਦੇ ਨੇ ਉਹ ਜਾਂ ਸੜਦੇ ਨੇ ਜਾਂ ਦਫਨਾ ਦਿੱਤੇ ਜਾਂਦੇ ਨੇ। ਕਦੇ ਝਾਤ ਮਾਰ ਕੇ ਦੇਖਿਓ, ਜਾਂ ਤੇ ਕਿਸੇ ਚਿੰਤਾ ਦੀ ਅੱਗ 'ਚ ਸੜ ਰਿਹਾ ਜੀਵਨ, ਕਿਤੇ ਦੁੱਖਾਂ ਦੀ ਅੱਗ 'ਚ ਸੜ ਰਿਹਾ, ਕਿਤੇ ਨਾ ਕਿਤੇ ਮੁਸੀਬਤਾਂ ਦੇ ਥੱਲੇ ਦਫਨ ਹੋਇਆ ਜੀਵਨ ਸਾਡਾ ਹੈ। ਉਹਦਾ ਰੀਜ਼ਨ ਇੱਕ ਹੀ ਹੈ, ਸਾਡਾ ਜੀਵਨ ਵਾਹਿਗੁਰੂ ਪਰਮਾਤਮਾ ਦੀ ਨਜ਼ਰ ਵਿੱਚ ਜਿਉਂਦਾ ਜੀਵਨ ਨਹੀਂ ਹੈ। ਹਜ਼ੂਰ ਜੀ ਨੇ ਫਿਰ ਬਖਸ਼ਿਸ਼ ਕੀਤੀ, ਕਹਿੰਦੇ ਰੇ ਮਨ ਨੂੰ ਜਦੋਂ ਬਾਣੀ ਪੜ੍ਹਨੀ ਆਪਣੇ ਮਨ ਨੂੰ ਸੁਣਾਓ, ਮਨ ਨੂੰ ਸੰਬੋਧਨ ਕਰੋ। ਕੋਈ ਬਾਣੀ ਪੜ੍ਹਦੇ ਆ ਉਹਦੇ ਅਰਥ ਆਪਣੇ ਮਨ ਨੂੰ ਸਮਝਾਈਏ, ਨਾ ਕਿ ਉਹ ਬਾਣੀ ਰੱਬ ਨੂੰ ਸਮਝਾਉਣੀ ਹੈ। ਅਰਦਾਸ ਕਰੀਦੀ ਹੈ ਕਿ ਜੋ ਕੁਝ ਪੜ੍ਹਿਆ ਸੁਣਿਆ ਹੈ ਉਹਦੇ ਵਿੱਚ ਸਾਡੇ ਕੋਲੋਂ ਕੋਈ ਭੁੱਲ ਗਲਤੀ ਜਿਹੜੀ ਹੋਈ ਹੈ ਉਹਦੀ ਮਾਫੀ ਦੀ, ਤੇ ਜੋ ਪੜ੍ਹਿਆ ਸੁਣਿਆ ਸਾਡਾ ਜੀਵਨ ਬਣ ਜਾਵੇ। ਕਿਉਂਕਿ ਵਾਹਿਗੁਰੂ ਤੇਰੀ ਬਖਸ਼ਿਸ਼ ਰਹਿਮਤ ਤੋਂ ਬਗੈਰ ਸਾਡਾ ਜੀਵਨ ਉਹ ਬਣ ਜਾਵੇ ਹੋ ਨਹੀਂ ਸਕਦਾ। ਇਸ ਲਈ ਗੁਰਪ੍ਰਸਾਦ ਆਉਂਦਾ ਹੈ, ਗੁਰੂ ਦੀ ਬਖਸ਼ਿਸ਼ ਕਿਰਪਾ ਹੈ। ਰੇ ਮਨ ਰਾਮ ਸਿਉ ਕਰ ਪ੍ਰੀਤ। ਪ੍ਰੀਤ ਕਿਹਦੇ ਨਾਲ ਪਾਉਣੀ ਹੈ? ਪਰਮਾਤਮਾ ਨਾਲ, ਸਤਿਗੁਰੂ ਨਾਲ। ਕਿਉਂਕਿ ਪਿਆਰ ਦਾ ਸੰਬੰਧ ਦਿਲ ਦੇ ਨਾਲ ਹੁੰਦਾ ਹੈ। ਗੁਰਬਾਣੀ ਵਿੱਚ ਨਾ ਬੜੇ ਖੂਬਸੂਰਤ ਬਚਨ ਹੈ,
ਮੈਂ ਕਈ ਵਾਰ ਸੋਚਦਾ ਜਦੋਂ ਅਸੀਂ ਅਰਦਾਸ ਕਰਦੇ ਇੱਕ ਬਚਨ ਕਹਿੰਦੇ ਹੁੰਦੇ ਆ, ਸੇਈ ਗੁਰਮੁਖ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ। ਇਹਦਾ ਮਤਲਬ ਗੁਰਮੁਖਾਂ ਦਾ ਮਿਲਾਪ ਅਸੀਂ ਮੰਗ ਰਹੇ ਹਾਂ। ਪਰ ਗੁਰੂ ਸਾਹਿਬ ਕਹਿੰਦੇ ਜੇ ਕਿਤੇ ਜੀਵਨ ਵਿੱਚ ਗੁਰਮੁਖ ਮਿਲ ਜਾਵੇ ਨਾ, ਕਿਤੇ ਜੀਵਨ ਵਿੱਚ ਗੁਰਮੁਖ ਮਿਲ ਜਾਵੇ, ਸਤਿਕਾਰ ਕਰੀ ਪਰ ਪਿਆਰ ਨਾ ਕਰੀ। ਸਤਿਕਾਰ ਕਰੀ, ਮਿੱਤਰਤਾ ਹੀ ਬਣਾ ਲਈ, ਪਰ ਦਿਲ ਦੀ ਸਾਂਝ ਨਾ ਉਹਦੇ ਨਾਲ ਬਣਾਵੇ। ਕਮਾਲ ਗੁਰੂ ਜੀ, ਗੁਰਮੁਖਾਂ ਨਾਲ ਦਿਲ ਦੀ ਸਾਂਝ ਨਹੀਂ ਤੇ ਦਿਲ ਦੀ ਸਾਂਝ ਕਿਹਦੇ ਨਾਲ ਫਿਰ? ਆਓ ਗੁਰੂ ਜੀ ਨੂੰ ਪੁੱਛੀਏ। ਸੋ ਕਾਲਡ ਬਾਬਿਆਂ ਨੇ ਨਾ ਬੜਾ ਲੁੱਟਿਆ ਸਾਨੂੰ। ਵੇਖੋ ਜੀ, ਅਸੀਂ ਤੇ ਅਰਦਾਸਾਂ ਕਰਦੇ ਗੁਰਮੁਖ ਜ਼ਿੰਦਗੀ 'ਚ ਮਿਲਣ, ਗੁਰਮੁਖ ਮਿਲਣ, ਉਹਦੇ ਹਵਾਲੇ ਆਪਣਾ ਜੀਵਨ ਕਰ ਦਿਓ। ਕੁੰਜੀ ਉਹਨਾਂ ਦੇ ਹੱਥ ਹੁੰਦੀ ਹੈ। ਕਿੱਡਾ ਵੱਡਾ ਝੂਠ। ਤੇ ਪੰਗਤੀ ਗੁਰਬਾਣੀ ਦੀ, ਕਿਉਂਕਿ ਆਪਾਂ ਅਰਥ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ। ਕਹਿ ਦਿੱਤਾ ਗੁਰੂ ਸਾਹਿਬ ਨੇ ਲਿਖਿਆ, ਸੰਤਨ ਹੱਥ ਰਾਖੀ ਕੁੰਜੀ, ਉਹੀ ਫਿਰ ਦਰਵਾਜ਼ਾ ਖੋਲਦੇ ਆ। ਕਿਤੇ ਗੁਰੂ ਨੂੰ ਪੁੱਛ ਕੇ ਦੇਖੀਏ। ਗੁਰੂ ਕਹਿੰਦਾ, ਗੁਰ ਕੁੰਜੀ ਪਾ ਹੋਨੇ ਵੱਲ ਮਨ ਕੋਠਾ ਤਨ ਛੱਤ, ਨਾਨਕ ਗੁਰ ਬਿਨ ਮਨ ਕਾ ਤਾਕ। ਤਾਕ ਕਿਹਨੂੰ ਕਹਿੰਦੇ ਜੀ? ਦਰਵਾਜ਼ਾ, ਤਾਕੀ ਨਾ ਉਗੜ ਹੈ। ਗੁਰੂ ਤੋਂ ਬਗੈਰ ਨਹੀਂ ਦਰਵਾਜ਼ਾ ਖੁੱਲਦਾ, ਕਿਉਂਕਿ ਗੁਰ ਕੁੰਜੀ ਗੁਰੂ ਕੁੰਜੀ ਹੈ। ਸੰਤਨ ਦਾ ਅਰਥ ਹੁੰਦਾ ਸਾਧ ਸੰਗਤ। ਸਤ ਸੰਗਤ ਜਿੱਥੇ ਜੁੜ ਬੈਠੀ ਹੈ, ਤੇ ਸਤ ਸੰਗਤ ਕਿਹਨੂੰ ਕਿਹਾ ਹੈ? ਜਿੱਥੇ ਸਤਿਗੁਰੂ ਹੈ। ਬਿਨ ਸਤਿਗੁਰ ਸੰਗਤ ਨਾ ਹੋਈ। ਨਾਨਕ ਗੁਰ ਬਿਨ, ਗੁਰੂ ਤੋਂ ਬਿਨਾਂ, ਮਨ ਕਾ ਤਾਕ, ਤਾਕ ਕਹਿੰਦੇ ਤਾਕੀ, ਦਰਵਾਜ਼ਾ, ਨਾ ਉਗੜੈ, ਨਹੀਂ ਖੁੱਲਦਾ। ਤੇ ਗੁਰੂ ਜੀ ਫਿਰ ਕੁੰਜੀ ਕਿਹਨੂੰ ਦਿੱਤੀ ਆ? ਕਿਸੇ ਸਾਧੂ ਨੂੰ, ਕਿਸੇ ਸੰਤ ਨੂੰ ਦਿੱਤੀ ਹੋਣੀ ਤੁਸਾਂ। ਅਵਰ ਨਾ ਕੁੰਜੀ ਹੱਥ, ਗੁਰੂ ਜੀ ਕਹਿੰਦੇ ਕਿਸੇ ਦੇ ਹੱਥ 'ਚ ਨਹੀਂ ਦਿੱਤੀ। ਕੁੰਜੀ ਗੁਰੂ ਕੋਲ ਹੈ। ਗੁਰੂ ਨੇ ਮਨ ਦਾ ਦਰਵਾਜ਼ਾ ਖੋਲ੍ਹਣਾ ਜਦੋਂ ਗੁਰੂ ਦੀ ਸਤ ਸੰਗਤ ਵਿੱਚ ਜੁੜ ਕੇ ਬੈਠਾਂਗੇ। ਉੱਥੇ ਗੁਰੂ ਦੇ ਸ਼ਬਦ ਦੀ ਵਿਚਾਰ ਸਾਡੇ ਸਾਹਮਣੇ ਆਵੇਗੀ। ਉਦੋਂ ਮਨ ਦੇ ਦਰਵਾਜ਼ੇ ਖੁੱਲ੍ਹਦੇ ਆ। ਫਿਰ ਪਤਾ ਲੱਗਦਾ, ਉਹ ਮਨਾ ਤੂੰ ਜ਼ਿੰਦਗੀ ਦੇ ਵਿੱਚ ਕੀ ਕਰਦਾ ਆ ਰਿਹਾ ਹੈ, ਗੁਰੂ ਸ਼ਬਦ ਵਿੱਚ ਕੀ ਕਰਨ ਵਾਸਤੇ ਤੈਨੂੰ ਕਹਿ ਰਿਹਾ ਹੈ। ਹਜ਼ੂਰ ਜੀ ਕਹਿੰਦੇ ਪ੍ਰਮਾਤਮਾ ਨਾਲ ਪ੍ਰੀਤ ਕਰ, ਗੁਰਮੁਖ ਮਿਲੇ ਸਤਿਕਾਰ ਕਰੀ, ਗੁਰਸਿੱਖ ਦਾ ਸਤਿਕਾਰ ਕਰੀ, ਪਰ ਦਿਲ ਨਾ ਲਾ ਲਈ ਉਹਦੇ ਨਾਲ। ਗੁਰੂ ਜੀ ਫਿਰ ਦਿਲ ਦੀ ਸਾਂਝ ਕਿਹਦੇ ਨਾਲ? ਹਜ਼ੂਰ ਜੀ ਕਹਿੰਦੇ ਗੁਰਮੁਖ ਸਿਉ ਕਰ ਦੋਸਤੀ, ਕਰੋ ਰਸਨਾ ਸਾਂਝੀ। ਗੁਰਮੁਖ ਸਿਉ ਕਰ ਦੋਸਤੀ, ਸਤਿਗੁਰ ਸਿਉ ਲਾਏ ਚਿੱਤ। ਕਾਰ ਵਿਹਾਰ ਜੀਵਨ ਦਾ ਗੁਰਮੁਖਾਂ ਨਾਲ ਕਰੀ, ਪਰ ਜਿਹੜਾ ਤੇਰਾ ਚਿੱਤ ਹੈ, ਤੇਰਾ ਦਿਲ ਹੈ, ਇਹ ਆਪਣੇ ਸਤਿਗੁਰੂ ਨਾਲ ਜੋੜ ਕੇ ਰੱਖੀ। ਵੇਖੀ ਕਿਤੇ ਭਲਿਆ ਗੁਰਬਾਣੀ ਤੋਂ ਆਪਣੇ ਚਿੱਤ ਨੂੰ ਪਾਸੇ ਨਾ ਜਾਣ ਦੇਵੇ। ਚਿੱਤ ਤੇਰਾ ਜਿਹੜਾ ਹੈ ਗੁਰੂ ਪਰਮੇਸ਼ਰ ਨਾਲ ਹੋਵੇ। ਆਪ ਜੀ ਨੇ ਸਵੇਰ ਦੇ ਸਮੇਂ ਜਦੋਂ ਸ਼ਲੋਕ ਸਰਵਣ ਕੀਤੇ ਹੋਣਗੇ, ਭਗਤ ਕਬੀਰ ਜੀ ਦੇ, ਬਾਬਾ ਫਰੀਦ ਜੀ ਦੇ, ਕਿੱਡੇ ਖੂਬਸੂਰਤ ਬਚਨ ਉਦੋਂ ਆਏ। ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਅਕਾਲ ਪੁਰਖ, ਚਿੱਤ ਸਾਡਾ ਅਕਾਲ ਪੁਰਖ ਵਾਹਿਗੁਰੂ ਨਾਲ ਜੁੜਿਆ ਹੋਵੇ, ਗੁਰੂ ਪਰਮੇਸ਼ਰ ਨਾਲ ਜੁੜਿਆ ਹੋਵੇ। ਗੁਰੂ ਪਰਮੇਸ਼ਰ ਤੋਂ ਬਾਹਰ ਨਾ ਚਿੱਤ ਜਾਵੇ। ਇਹ ਬੜਾ ਖੂਬਸੂਰਤ ਨੁਕਤਾ ਜੀ। ਖੈਰ, ਰੇ ਮਨ ਰਾਮ ਸਿਉ ਕਰ ਪ੍ਰੀਤ। ਜਿਸ ਗੁਰੂ ਸਾਹਿਬ ਦਾ ਸ਼ਹੀਦੀ ਦਿਹਾੜਾ ਮਨਾ ਰਿਹਾ, ਉਹਨਾਂ ਦੇ ਬਚਨ ਹੈ, ਵਾਹਿਗੁਰੂ ਨਾਲ ਪ੍ਰੀਤ ਕਰ। ਹੁਣ ਸਵਾਲ ਉੱਠੇਗਾ, ਪ੍ਰੀਤ ਕਰਨੀ ਕਿਵੇਂ ਹੈ? ਕਿ ਵਾਹਿਗੁਰੂ ਪਰਮਾਤਮਾ ਜੀ ਦੀ ਕੋਈ ਤਸਵੀਰ ਬਣਾ ਕੇ ਉਹਨੂੰ ਸੀਨੇ ਨਾਲ ਲਾ ਕੇ ਰੱਖਣਾ, ਜਾਂ ਕੀ ਕਰਨਾ ਹੈ? ਪਿਆਰ ਕਿਵੇਂ ਕਰੀਏ ਰੱਬ ਨਾਲ? ਪਿਆਰ ਕਰਨ ਦਾ ਤਰੀਕਾ ਕੀ ਹੈ? ਅਗਲੀ ਪੰਕਤੀ ਵਿੱਚ ਜਵਾਬ ਦਿੱਤਾ, ਸ਼ਰਵਣ ਗੋਬਿੰਦ ਗੁਣ ਸੁਣੋ। ਕੰਨਾਂ ਨਾਲ ਆਪਣੇ ਵਾਹਿਗੁਰੂ ਦੀਆਂ ਸਿਫਤਾਂ ਸੁਣ, ਉਹਦੇ ਗੁਣਾਂ ਨੂੰ ਸੁਣ। ਕਿਉਂਕਿ ਜਦੋਂ ਉਹਦੇ ਗੁਣ ਸੁਣਾਂਗੇ, ਉਹਨਾਂ ਗੁਣਾਂ ਨੂੰ ਜੀਵਨ 'ਚ ਧਾਰਨ ਕਰਾਂਗੇ, ਉਹਦੇ ਨਾਲ ਇੱਕਮਿਕ ਹੋ ਜਾਵਾਂਗੇ। ਪਾਣੀ ਹੀ ਪਾਣੀ ਵਿੱਚ ਇੱਕਮਿਕ ਹੁੰਦਾ ਹੈ। ਸ਼ਰਵਣ ਗੋਬਿੰਦ ਗੁਣ ਸੁਣੋ ਅਰ ਗਾਓ ਰਸਨਾ ਗੀਤ। ਜਿਹੜੇ ਗੁਣ ਪਰਮੇਸ਼ਰ ਪ੍ਰਮਾਤਮਾ ਦੇ ਤੁਸੀਂ ਸਰਵਣ ਕੀਤੇ ਆ ਨਾ, ਰਸਨਾ ਨਾਲ ਵੀ ਇਹੀ ਗੁਣ ਗਾਓ।
ਇਹ ਨਾ ਵੇ ਕੋਈ ਕੱਚੀ ਪਿਛਲੀ ਬਾਣੀ ਪੜੀ ਜਾਓ ਰਸਨਾ ਦੇ ਨਾਲ, ਕੁਝ ਹੋਰ ਹੀ ਪੜੀ ਜਾਓ। ਐਵੇਂ ਜਿਹੜੇ ਕੰਨਾਂ ਨਾਲ ਸੁਣੇ ਆ ਗੁਣ ਪਰਮੇਸ਼ਰ ਦੇ, ਇਹ ਬਾਣੀ ਦੇ ਰਾਹੀਂ, ਸ਼ਬਦ ਦੇ ਰਾਹੀਂ ਰਸਨਾ ਨਾਲ ਵੀ ਉਹੀ ਗਾਉਣੇ ਆ। ਇਹ ਆ ਪਰਮੇਸ਼ਰ ਨੂੰ ਪਿਆਰ ਕਰਨਾ। ਅਰ ਗਾਓ ਰਸਨਾ ਗੀਤ, ਰੇ ਮਨ ਰਾਮ ਸਿਉ ਕਰ ਪ੍ਰੀਤ, श्रवण गोबिंद गुण सुनो। अर गाओ रसना गीत, कर साध संगत सिमर माधो। गुरु की सत संगत कर, चित्त दे विच दिल दे विच याद परमेश्वर नूं कर। जदों संगत विच जुड़ बैठा है उदों तेरे अंदर वाहिगुरू होना चाहिए, कोई होर नहीं होना चाहिए, वाहिगुरू होना चाहिए। एक जीवन की गाथा है, गुर इतिहास की गाथा। मैं थोड़ा जिहा हुण शॉर्ट विच चलांगा, समा बड़ा अपनी चाल नाल तुरिया चल रहा, पर ये कई बार नुकते ऐसे आ जाते फिर खुलने पैंदे आपां नूं। गुरु गोबिंद सिंह पातशाह जी के दरबार में एक गुरसिख आ गया। विद्वानां ने वक्-वक् उस गुरसिख का नाम लिखिया है। ज़्यादा प्रचलित नाम उहदा है भाई जग्गा सिंह, तुहाडे जिहन विच आ गया होवेगा। वो कहण लगा, महाराज मैं भी तुहाडे कोल रह के दर ते सेवा करनी है, तरीका दसो सेवा किवें करां। गुरु साहिब जी कहण लगे, सेवा शरीर नाल कर, पर याद रखी तेरे ध्यान विच, तेरे चित्त विच, तेरे हिरदे विच सेवा ना होवे। असीं तां कहने भी मन जिहड़ा उत्थे साडा होना चाहिए। कहण लगा, महाराज फिर मन विच कौन होवे। गुरु साहब कहण लगे, तन दे नाल सेवा कर ते मन दे विच तेरा गुरु होवे। क्योंकि जदों साडे चित्त विच गुरु होवेगा ना, जिन्ना चिर मर्जी तुसीं सेवा करी चलो तन दे नाल, कदी थक्को अकोगे नहीं। थकदा अकदा बंदा कदों आ, जदों उहदा ध्यान उत्थे चल जांदा जो कर रहा है। इसलिए डॉक्टर जदों किसी का ऑपरेशन करना होंदा, इलाज करना होंदा है, इंजैक्शन लाउंदे कि सुन्न हो जाए, इहदे नाल संबंध टुट जाए सुरत दा, सुरत किसी होर पासे होवे। कहने लगा, सत बचन सेवा करनी, हुण थकना अकड़ा जी, बड़े प्यार च भेज के सेवा करनी, गुरु गुरु जपदे रहना। तो कई इहो जिहे हुंदे ने जिहड़े पहिलां उत्थे रहिंदे सी ते उन्हां देखिआ गुरु साहिब भी बड़ा सत्कार करदे, एग्जाम्पलां दिंदे, इहदे वांग सेवा करिआ करो, असीं इन्ने समय दे इत्थे सेवा करदे आ। ईरखा आ गई। एक दिन जंगल दे विच गए बालण लैण वास्ते भाई साहब, जिहड़े ईरखालू सी उन्हां ने जाके उत्थे फड़ लिया, कुੱਟਿਆ मारिया। अपने वालों तो मार के सुट आए। करनी कुदरत की सवास चल रहे हैं, सवास चल रहे हैं। गुरु साहब पातशाह जी को पता लगा, गुरु साहब दवा दव गए उत्थे, नाल गुरसिख गए। गुरु साहब ने गर्म गर्म दुध मंगाया, दुध दे विच हल्दी घ्यो पाया, गुरसिख उत्थे पिया। गुरु साहब ने उन्होंने चक के अपनी गोदी च सिर रखिया, मूँह साफ किया ते पानी का छट्टा दिता, सुरत आ गई। क्योंकि जो पानी का छट्टा दईए ना, अखां खुल जाती, सुरत आ जाती है। तो गर्म गर्म दुध पिलाया, जो दुध पिलाया शरीर च थोड़ी जी हीट आई, उठ के बैठा। गुरु साहब कहने लगे, भाई जग्गा सिंह तू तो किसी नाल ईरखा ही नहीं करता, ना तू किसी को माड़ा चंगा कवे, तू तो सेवा करता रहना हर वेले। तेरे किहड़े इहो जिहे दुश्मन पैदा हो गए जिन्हों ने तेनों कुੱਟਿਆ मारिया? कौन ने जिन्होंने तेरे नाल आ वधीकी कीती? एक बार ना दस। हुण मेरे वर्गा हुंदा ते 3-4 होर भी जिहड़े सी ना उन्हां दे भी नाल लैंदा। की क्या भाई साहब ने? कहने लगे, महाराज सच दसा, जिन्हें हुणे हुणे दुध पिलाया ना उसे नहीं मारिया। गुरु साहब कहने लगे, दुध तो मैं पिलाया है। कहने लगे, महाराज फिर मारिया भी तुसा हो। गुरु साहब कहने लगे, सिख गुरु नूं क्यों मारेगा? तू ध्यान ते जोर पा, जिहड़े तैनूं मारे सी कौन सी? कहने लगा, महाराज जिस दिन मैं पहले दिन तुहाडे चरनां च आया सी ना, मैं बेनती कीती सी सेवा करनी है, तुसां कहे सी तन दे नाल सेवा कर, पर तेरे ध्यान दे विच, तेरे मन विच तेरा गुरु होना चाहिए। हुण मेरे ध्यान विच ते तुसीं हो। गुरु साहब जी ने घुट के सीने नाल ला लिया, घुट के। ते जिन्हां ने ये करतूत कीती सी ना, दौड़ के आके गुरु साहब के चरणों से डिग पे, माफ़ करना महाराज, ये गुनाह साडे कोलों होया, असीं ईरखा दे वास आ काम कर बैठे, सानू नहीं सी पता सिख की सुरत जिहड़ी है उहदे विच ते उहदा गुरु बैठा है, सिख के ध्यान विच ते उहदा गुरु है। कदी गौर करो,
ਜਦੋਂ ਆਪਾਂ ਅਰਦਾਸ ਕਰਦੇ ਨਾ, ਭਾਈ ਸਾਹਿਬ ਜੀ ਨੇ ਵੀ ਕੀਤੀ ਹੈ, ਜਿਹੜੀ ਅਰਦਾਸ ਅਕਾਲ ਪੁਰਖ ਅੱਗੇ ਹੁੰਦੀ ਹੈ, ਇਹ ਨਿਮਾਣਿਆਂ ਦੇ ਮਾਣ ਨੇ, ਤਾਣਿਆਂ ਦੇ ਤਾਂ, ਅਕਾਲ ਪੁਰਖ ਨੂੰ ਕਿਹਾ। ਪਰ ਜਿਹੜੇ ਉਸ ਤੋਂ ਪਹਿਲਾਂ ਜਿੰਨੇ ਵੀ ਪਹਿਰੇ ਆਪਾਂ ਪੜ੍ਹਦੇ ਆ, ਉਹ ਅਰਦਾਸ ਦਾ ਹਿੱਸਾ ਨਹੀਂ ਹੈ। ਪਹਿਲਾਂ ਬਰੀਕੀ ਨਾਲ ਸਮਝ ਲਿਓ ਨੁਕਤੇ ਨੂੰ, ਕਿ ਯਾਰ ਆਪਾਂ ਛਿਲਕੇ ਦੇ ਫਿਸਲ ਜਾਂਦੇ ਹਾਂ। ਪੜ੍ਹਨੇ ਜ਼ਰੂਰ ਹੈ, ਅਰਦਾਸ ਸ਼ੁਰੂ ਕਰਨ ਤੋਂ ਪਹਿਲਾਂ ਪੜ੍ਹਨੇ ਹੈ। ਪਰ ਉਹ ਕੀ ਹੈ, ਆਪਾਂ ਹੁਣੇ ਸਰਵਣ ਕੀਤਾ ਸੀ, ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਰਵਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਹੀ, ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਇਹ ਅਕਾਲ ਪੁਰਖ ਨੂੰ ਤਾਂ ਨਹੀਂ ਕਿਹਾ ਬੋਲੋ ਜੀ, ਕਿਹਨਾਂ ਨੂੰ ਕਿਹਾ ਭਲਾ? ਜਿਹੜੇ ਅਰਦਾਸ ਵਿੱਚ ਖੜੇ ਆ। ਕਿਉਂ ਕਹਿਣਾ ਪੈ ਰਿਹਾ ਵੀ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ? ਹਰ ਪਹਿਰੇ ਤੋਂ ਬਾਅਦ ਕਿਹਾ ਜਾਂਦਾ ਹੈ। ਉਹਦਾ ਕਾਰਨ ਹੈ ਕਿ ਜਿਹੜਾ ਖੜਾ ਹੈ ਉਹਦੇ ਧਿਆਨ ਦੇ ਵਿੱਚ ਇਹੀ ਚੀਜ਼ ਬੈਠੀ ਹੋਈ ਹੈ, ਮੇਰਾ ਨਾਮ ਕਦੋਂ ਭਾਈ ਸਾਹਿਬ ਲੈਣਗੇ ਤੇ ਮੇਰੀ ਮੰਗ ਕਦੋਂ ਗੁਰੂ ਸਾਹਿਬ ਨੂੰ ਦੱਸਣਗੇ। ਉਹਦੇ ਧਿਆਨ ਦੇ ਵਿੱਚ ਉਹ ਨਹੀਂ ਹੈ ਜੋ ਬੋਲਿਆ ਜਾ ਰਿਹਾ, ਉਹ ਸ਼ਬਦ ਨਹੀਂ ਹੈ। ਨਹੀਂ ਤੇ ਜਦੋਂ ਕਿਹਾ ਜਾਂਦਾ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ, ਸਿੱਖ ਦੇ ਅੰਦਰੋਂ ਆਤਮਾ ਕੂਕ ਮਾਰ ਕੇ ਕਹਿੰਦੀ ਵਾਹਿਗੁਰੂ, ਚਰਖੜੀਆਂ ਤੇ ਚੜੇ ਵਾਹਿਗੁਰੂ, ਆ ਜਾਂਦਾ ਉਹ ਸੀਨ ਸਾਡੇ ਧਿਆਨ ਦੇ ਵਿੱਚ, ਕਿਵੇਂ ਚਰਖੜੀਆਂ ਤੇ ਭਾਈ ਸ਼ਬਾਜ ਸਿੰਘ, ਭਾਈ ਸ਼ਬੀਕ ਸਿੰਘ ਹੋਰੀ ਚੜ ਰਹੇ, ਬੰਦ ਬੰਦ ਕਟਵਾਏ ਵਾਹਿਗੁਰੂ, ਭਾਈ ਮਣੀ ਸਿੰਘ ਸਾਡੇ ਧਿਆਨ ਚ ਹੁੰਦੇ। ਫਿਰ ਕਹਿਣਾ ਨਹੀਂ ਸੀ ਪੈਣਾ, ਕਿਉਂਕਿ ਸਾਡੇ ਧਿਆਨ ਵਿੱਚ ਉਹ ਨਹੀਂ ਹੈ। ਇਸੇ ਲਈ ਗੁਰੂ ਸਾਹਿਬ ਜੀ ਨੇ ਇਹ ਬਚਨ ਕੀਤਾ, ਪਿਆਰ ਪਰਮੇਸ਼ਰ ਨਾਲ ਕਰਨਾ ਹੈ। ਤੇ ਕਿਵੇਂ ਕਰਨਾ ਹੈ? ਕਰ ਸਾਧ ਸੰਗਤ ਸਿਮਰ ਮਾਧੋ, ਹੋਏ ਪਤਤ ਪੁਨੀਤ। ਹੋਏਗਾ ਕੀ? ਤੇਰਾ ਜੀਵਨ ਮਹਾ ਪਵਿੱਤਰ ਹੋ ਜਾਵੇਗਾ। ਜਿਹੜਾ ਅੱਜ ਵਿਕਾਰਾਂ 'ਚ ਲਿਬੜਿਆ ਏ, ਬੁਰਾਈਆਂ 'ਚ ਲਿਬੜਿਆ ਏ, ਮਹਾ ਪਵਿੱਤਰ ਹੋ ਜਾਵੇਗਾ। ਹੋਏ ਪਤਤ ਪੁਨੀਤ, ਕਰ ਸਾਧ ਸੰਗਤ ਸਿਮਰ ਮਾਧੋ, ਹੋਏ ਪਤਤ ਪੁਨੀਤ। ਅੱਗੇ ਕਿਹਾ ਕਾਲ ਬਿਆਲ ਜਿਉ ਪਰਿਓ ਡੋਲੇ। ਬਿਆਲ ਦਾ ਅਰਥ ਹੈ ਅਜਗਰ ਸੱਪ। ਮੁਖ ਪਸਾਰੇ ਮੀਤ। ਜਿਹੜਾ ਅਜਗਰ ਸੱਪ ਤੁਹਾਡੇ ਚੋਂ ਕਈਆਂ ਨੇ ਦੇਖਿਆ ਹੋਵੇਗਾ, ਉਹ ਮੂੰਹ ਖੋਲਦਾ, ਜਿਹੜੇ ਛੋਟੇ ਛੋਟੇ ਜੀਵ ਸਾਰੇ ਆਪਣੇ ਅੰਦਰ ਨਿਗਲੀ ਜਾਂਦਾ ਹੈ। ਮੌਤ ਰੂਪੀ ਸਮਾਂ ਰੂਪੀ ਅਜਗਰ ਸੱਪ ਮੂੰਹ ਖੋਲ ਕੇ ਬੈਠਾ ਹੈ। ਆਜ ਕਾਲ ਠੁਨ ਤੋਹੇ ਗ੍ਰਸ ਹੈ। ਗ੍ਰਸ ਦਾ ਅਰਥ ਹੁੰਦਾ ਗ੍ਰਾਹੀ, ਖਾ ਜਾਣਾ। ਅੱਜ ਕੱਲ ਪਤਾ ਨਹੀਂ ਕਿਸ ਦਿਨ ਉਸ ਸਮੇਂ ਰੂਪੀ ਅਜਗਰ ਸੱਪ ਨੇ ਤੈਨੂੰ ਨਿਗਲ ਜਾਣਾ ਹੈ, ਖਾ ਜਾਣਾ ਹੈ। ਮਤ ਸੋਚੀ ਅਜੇ ਜ਼ਿੰਦਗੀ ਬੜੀ ਪਈ ਹੈ, ਕੋਈ ਗੱਲ ਨਹੀਂ, ਪਹਿਲਾਂ ਜ਼ਿੰਦਗੀ ਦੀ ਐਸ਼ ਲੈ ਲਈਏ, ਫਿਰ ਕਿਤੇ ਪ੍ਰਮਾਤਮਾ ਵਾਲੇ ਪਾਸੇ ਤੁਰ ਪਵਾਂਗੇ। ਸਮਝ ਰੱਖੋ ਚੀਤ, ਚਿੱਤ ਦੇ ਵਿੱਚ ਇਸ ਸਮਝ ਨੂੰ, ਇਸ ਗਿਆਨ ਨੂੰ, ਇਸ ਸੋਝੀ ਨੂੰ ਰੱਖ ਕਿ ਮੈਂ ਅਕਾਲ ਪੁਰਖ ਪ੍ਰਮਾਤਮਾ ਨਾਲ ਪ੍ਰੀਤ ਪਾਉਣੀ ਹੈ, ਉਹਦੇ ਨਾਲ ਪਿਆਰ ਕਰਨਾ ਹੈ। ਆਜ ਕਾਲ ਫੁਣ ਤੋਹੇ ਗ੍ਰਸ ਹੈ, ਸਮਝ ਰੱਖੋ ਮੀਤ। ਆਓ ਹੁਣ ਆਪਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਸ਼ਹਾਦਤ ਦੇ ਕੁਝ ਅੰਸ਼ ਜਿਹੜੇ ਉਹ ਸਾਂਝੇ ਕਰ ਲਈਏ, ਕਿਉਂਕਿ ਸ਼ਬਦ ਜਿਹੜਾ ਹੈ ਲੰਬੇਰਾ ਹੈ ਤੇ ਆਪਣੇ ਜਿਹੜਾ ਸਮਾਂ ਹੈ ਬੜਾ ਸੀਮਿਤ ਜਿਹਾ, 15 ਮਿੰਟ ਬਾਕੀ ਬਚੇ। ਧੰਨ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ, ਜਿਨ੍ਹਾਂ ਦੇ ਆਪਾਂ ਸ਼ਬਦ ਦੀ ਵਿਚਾਰ ਸਾਂਝੀ ਕੀਤੀ ਹੈ, ਜਿਨ੍ਹਾਂ ਦਾ ਸ਼ਹੀਦੀ ਦਿਹਾੜਾ। ਹੁਣੇ ਉਹਨੇ ਸਟੇਟ ਸੈਕਟਰੀ ਸਾਹਿਬ ਨੇ ਇੱਕ ਬੜਾ ਖੂਬਸੂਰਤ ਬਚਨ ਕਿਹਾ ਕਿ ਕਿਸੇ ਦੀ ਖਾਤਰ ਸ਼ਹਾਦਤ ਅਸਲ ਵਿੱਚ ਮਨੁੱਖੀ ਅਧਿਕਾਰਾਂ ਦੀ ਖਾਤਰ ਸ਼ਹਾਦਤ ਹੈ। ਸ਼ਹਾਦਤ ਦੇ ਅਖਰੀ ਅਰਥ ਹੁੰਦੇ ਗਵਾਹੀ ਦੇਣੀ, ਮਨੁੱਖੀ ਅਧਿਕਾਰਾਂ ਦੀ ਖਾਤਰ। ਮਨੁੱਖ ਬੇਸ਼ੱਕ ਸਾਡੇ ਨਾਲ ਕਿਸੇ ਤਰ੍ਹਾਂ ਦਾ ਸੰਬੰਧ ਨਹੀਂ ਵੀ ਹੈ, ਪਰ ਉਹਦੇ ਅਧਿਕਾਰ ਜਿਉਂਦੇ ਰਹਿਣੇ ਚਾਹੀਦੇ। ਇਹ ਸਿੱਖ ਦੀ ਨਿਸ਼ਾਨੀ ਹੈ। ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਤੱਕ ਜੋ ਕੁਝ ਗੁਰੂ ਸਾਹਿਬਾਨਾਂ ਨੇ ਕੀਤਾ ਹੈ, ਅਸਲ ਵਿੱਚ ਉਹ ਸਿੱਖ ਦਾ ਕਿਰਦਾਰ ਹੈ। ਕਈ ਵਾਰ ਨਾ ਸਾਡੇ 'ਚ ਇੱਕ ਧਾਰਨਾ ਚੱਲਦੀ ਹੈ, 10 ਗੁਰੂ ਸਾਹਿਬਾਨ ਸਰੀਰਕ ਰੂਪ ਵਿੱਚ ਹੋਏ ਤੇ ਫਿਰ ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ। ਮੈਂ ਇਹਦੇ ਨਾਲ ਸਹਿਮਤ ਨਹੀਂ ਹਾਂ। ਗੁਰੂ ਇੱਕ ਹੀ ਹੈ ਤੇ ਗੁਰੂ ਸ਼ਬਦ ਹੈ, ਬਾਣੀ ਹੈ। ਹਾਂ, ਉਸ ਗੁਰੂ ਜੋਤ ਨੇ 10 ਸਰੀਰਾਂ ਵਿੱਚ ਦੀ ਵਿਚਰ ਕੇ 10 ਸਰੀਰਕ ਕਿਰਦਾਰ ਸਾਡੇ ਜੀਵਨ ਦੀ ਝੋਲੀ ਵਿੱਚ ਪਾਏ ਆ।
ਬਾਬਰ ਵਰਗਾ ਬਾਦਸ਼ਾਹ ਸਾਹਮਣੇ ਹੋਵੇ ਤੇ ਜਾਬਰ ਕਹਿਣਾ ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਪਾਪ ਦੀ ਜੰਜ ਦਾ ਲਾੜਾ ਕਹਿ ਦੇਣਾ, ਇਹ ਸੱਚ ਦਾ ਕਿਰਦਾਰ ਗੁਰੂ ਨਾਨਕ ਸਾਹਿਬ ਜੀ ਦੇ ਰੂਪ ਵਿੱਚ ਬਖਸ਼ਿਸ਼ ਕੀਤਾ। ਸਾਧ ਸੰਗਤ, ਕਦੇ ਕਿੱਕਰਾਂ ਨੂੰ ਮਠਿਆਈ ਲੱਗਦੀ ਹੈ? ਨਹੀਂ ਲੱਗਦੀ। ਅੱਧੀ ਰਾਤ ਨੂੰ ਸੂਰਜ ਆ ਕੇ ਕੱਪੜੇ ਸੁਕਾਉਂਦਾ? ਨਹੀਂ ਸੁਕਾਉਂਦਾ। ਚਿੱਕੜ ਵਿੱਚ ਬਰਤਨ ਡਿੱਗਾ ਹੋਇਆ ਕੱਢ ਕੇ ਲਿਆਉਣਾ ਹੈ। ਗੁਰੂ ਦਾ ਹੁਕਮ ਕਿਵੇਂ ਸੱਤ ਕਰਕੇ ਮੰਨਣਾ ਹੈ, ਇਹ ਕਿਰਦਾਰ ਗੁਰੂ ਅੰਗਦ ਸਾਹਿਬ ਜੀ ਦੇ ਰੂਪ ਵਿੱਚ ਬਖਸ਼ਿਸ਼ ਕੀਤਾ। ਸੇਵਾ ਦਾ ਕਿਰਦਾਰ ਗੁਰੂ ਅਮਰਦਾਸ ਸੱਚੇ ਪਾਤਸ਼ਾਹ, ਨਿਮਰਤਾ ਦਾ ਕਿਰਦਾਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸਿੰਘਾਸਣ ਤੇ ਬੈਠ ਕੇ ਕਹਿੰਦੇ ਨੇ, ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾ ਬਿਦ ਤੁਮ ਹਰ ਜਾਣੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੂਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਕੁਰਬਾਨੀ ਤੇ ਗੁਰਬਾਣੀ ਦਾ ਕਿਰਦਾਰ ਗੁਰੂ ਅਰਜਨ ਸਾਹਿਬ ਪਾਤਸ਼ਾਹ, ਨਿਡਰਤਾ ਦਾ ਕਿਰਦਾਰ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ, ਨਿਰਵੈਰਤਾ ਦਾ ਕਿਰਦਾਰ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ, ਨਿਰਮਲਤਾ ਦਾ ਕਿਰਦਾਰ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ, ਤਿਆਗ ਦਾ ਕਿਰਦਾਰ ਗੁਰੂ ਤੇਗ ਬਹਾਦਰ ਸਾਹਿਬ, ਤੇ ਜਦੋਂ ਹੱਸਦਾ ਵਸਦਾ ਆਨੰਦਪੁਰ ਸਾਹਿਬ ਵਰਗਾ ਘਰ ਉੱਜੜ ਜਾਵੇ, ਆ ਵੀ ਦਿਨ ਸ਼ੁਰੂ ਹੋਣ ਲੱਗੇ ਨੇ ਆਉਣ ਵਾਲੇ ਦਿਨਾਂ 'ਚ, ਹੱਸਦਾ ਵਸਦਾ ਆਨੰਦਪੁਰ ਸਾਹਿਬ ਵਰਗਾ ਘਰ ਜਦੋਂ ਉੱਜੜ ਜਾਵੇ, ਪੁੱਤਰਾਂ ਤੋਂ ਪਿਆਰੇ ਗੁਰਸਿੱਖ ਸਰਸਾ ਨਦੀ ਰੋੜ ਕੇ ਲੈ ਜੇ ਕਿਤੇ ਅੱਖਾਂ ਦੇ ਸਾਹਮਣੇ, ਚਮਕੌਰ ਦੀ ਗੜੀ ਹੋਵੇ, ਪੁੱਤ ਮੈਦਾਨੇ ਜੰਗ ਵਿੱਚ ਜੂਝਦਾ ਹੋਵੇ, ਲੜਦਿਆਂ ਲੜਦਿਆਂ ਪੁੱਤ ਦੇ ਸੀਨੇ ਵਿੱਚ ਆ ਕੇ ਬਰਸ਼ੀ ਵੱਜੇ, ਤੇ ਚੜ੍ਹਦੀ ਕਲਾ ਨਾਲ ਜਕਾਰੇ ਗਜਾਉਣ ਦਾ ਕਿਰਦਾਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਰੂਪ ਵਿੱਚ ਬਖਸ਼ਿਸ਼ ਕੀਤਾ। ਸਿੱਖਾਂ ਤੇਰੀ ਅੱਖਾਂ 'ਚ ਅਥਰੂ ਨਾ ਆਉਣ, ਚੜ੍ਹਦੀ ਕਲਾ ਦੇ ਜਕਾਰੇ ਹੋਣ। ਔਰ ਸਿੱਖ ਦਾ ਕਿਰਦਾਰ ਹੈ ਬਾਬਾ ਬੰਦਾ ਸਿੰਘ ਬਹਾਦਰ, 4 ਸਾਲ ਦੇ ਪੁੱਤਰ ਦਾ ਕਲੇਜਾ ਕੱਢ ਕੇ ਮੂੰਹ 'ਚ ਦਿੱਤਾ ਜਾ ਰਿਹਾ ਹੈ, ਪਰ ਅੱਖਾਂ ਦੇ ਵਿੱਚ ਅਥਰੂ ਨਹੀਂ ਹੈ। ਜਕਾਰੇ ਆ ਗੁਰੂ ਪਾਤਸ਼ਾਹ ਜੀ ਦੀ ਗੁਰਸਿੱਖੀ ਦੀ ਜੈ ਜੈਕਾਰ ਦੇ। ਇਹ ਕਿਰਦਾਰ ਨੇ ਗੁਰੂ ਸਾਹਿਬਾਨਾਂ ਹੰਢਾ ਕੇ ਦਿੱਤੇ। ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨੀ ਹੈ, ਇਹ ਕਿਰਦਾਰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਸਾਨੂੰ ਬਖਸ਼ਿਸ਼ ਕੀਤਾ। ਸਮੇਂ ਦੀ ਜ਼ਾਲਮ ਸਰਕਾਰ ਕਿਸੇ ਸਮੇਂ ਦੀ ਵੀ ਹੋਵੇ, ਉਹਨੇ ਹਮੇਸ਼ਾ ਕੋਸ਼ਿਸ਼ ਕੀਤੀ ਹੈ ਗੁਲਾਮ ਬਣਾ ਕੇ ਰੱਖੋ ਦੂਜਿਆਂ ਨੂੰ, ਪੀਨ ਬਣਾ ਕੇ ਰੱਖੋ ਦੂਜਿਆਂ ਨੂੰ। ਉਹਨੇ ਐਲਾਨ ਕਰ ਦਿੱਤਾ ਤੇ ਇਲਾਕਾ ਚੁਣਿਆ ਕਸ਼ਮੀਰ ਦਾ, ਕਿ ਸਾਰਿਆਂ ਨੂੰ ਇਸਲਾਮ 'ਚ ਲੈ ਆਉਣਾ ਹੈ। ਕਸ਼ਮੀਰ ਦਾ ਇਲਾਕਾ ਕਿਉਂ ਚੁਣਿਆ ਜੀ? ਉਹਦਾ ਕਾਰਨ ਹੈ, ਜਿਵੇਂ ਸਾਡੇ ਸਿੱਖੀ ਦੇ ਵਿੱਚ ਸਿੱਖਾਂ ਦੀ ਗੱਲ ਕਰੀਏ ਤੇ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਅਕਾਲ ਤਖਤ ਦੀ ਸੁਪਰੀਮਤਾ ਜਿਹੜੀ ਹੈ ਉਹ ਮੰਨੀ ਜਾਂਦੀ, ਉੱਥੋਂ ਜੋ ਫੈਸਲਾ ਹੁੰਦਾ ਹੈ ਉਹ ਸਾਰਿਆਂ ਤੇ ਲਾਗੂ ਹੋ ਜਾਣਾ ਹੈ। ਇਸੇ ਤਰ੍ਹਾਂ ਅਮਰਨਾਥ ਮੰਦਿਰ ਜਿਹੜਾ ਹੈ ਇਹਨਾਂ ਦਾ ਹਿੰਦੂ ਵੀਰਾਂ ਦੇ ਵਿੱਚ ਹੁੰਦਾ ਸੀ ਸਥਾਨ। ਉਸ ਮੰਦਿਰ ਦੇ ਹੈੱਡ ਪੁਜਾਰੀ ਨੇ ਜੋ ਫੈਸਲਾ ਦੇ ਦਿੱਤਾ ਉਹ ਸਾਰਿਆਂ ਮੰਨਣਾ। ਫਿਰ ਕਸ਼ਮੀਰ ਦੇ ਵਿਦਵਾਨ ਬੜੇ ਮੰਨੇ ਗਏ ਸੀ, ਬੜੇ ਬੜੇ ਵੱਡੇ ਵਿਦਵਾਨ ਹੁੰਦੇ ਸੀ ਉੱਥੋਂ ਦੇ, ਇਸ ਲਈ ਪੰਡਤ ਕਹਿੰਦੇ ਸੀ। ਪੰਡਤ ਦਾ ਅਰਥ ਕੀ ਹੈ? ਵਿਦਵਾਨ। ਪੰਡਤ ਕੋਈ ਜਾਤ ਨਹੀਂ ਹੈ, ਪੰਡਤ ਕੋਈ ਗੋਤ ਨਹੀਂ ਹੈ, ਪੰਡਤ ਕੋਈ ਧਰਮ ਨਹੀਂ ਹੈ, ਪੰਡਤ ਦਾ ਅਰਥ ਹੈ ਵਿਦਵਾਨ। ਤੇ ਕਸ਼ਮੀਰ ਦੇ ਪੰਡਤ ਆਪਾਂ ਬਹੁਤ ਸੁਣਦੇ ਨੇ ਸ਼ਬਦ। ਇੱਕ ਤੇ ਵਿਦਵਾਨ ਲੋਕ ਸਾਡੇ ਗੁਲਾਮ ਆ ਗਏ ਤੇ ਬਾਕੀ ਸਾਰੇ ਆ ਜਾਣਗੇ। ਅੱਜ ਵੀ ਕੋਸ਼ਿਸ਼ ਕੀਤੀ ਜਾਂਦੀ ਹੈ, ਹਮੇਸ਼ਾ ਸਰਕਾਰਾਂ ਦੀ ਹੁੰਦੀ ਹੈ, ਕਿਸੇ ਤਰ੍ਹਾਂ ਜਿਹੜੇ ਪ੍ਰਚਾਰਕ ਨੇ ਇਹਨਾਂ ਨੂੰ ਗੁਲਾਮ ਬਣਾਓ, ਲਿਖਣ ਵਾਲੇ ਵਿਦਵਾਨ ਲਿਖਾਰੀਆਂ ਨੂੰ ਆਪਣੇ ਗੁਲਾਮ ਬਣਾ ਲਓ, ਤਾਂ ਕਿ ਇਹਨਾਂ ਦੀ ਕਲਮ ਵੀ ਗੁਲਾਮ ਬਣ ਕੇ ਲਿਖੇ, ਇਹਨਾਂ ਦੇ ਬੋਲ ਵੀ ਗੁਲਾਮੀ ਵਾਲੇ ਹੋਣ। ਫਿਰ ਸਾਨੂੰ ਕਹਿਣ ਦੀ ਲੋੜ ਨਹੀਂ, ਰਾਜ ਆਪੇ ਹੀ ਹੋ ਗਿਆ। ਔਰ ਇਹੀ ਕੁਝ ਹੋ ਰਿਹਾ ਜੀ। ਇਹੀ ਕੋਈ ਧੱਕੇ ਨਾਲ ਥੋੜੇ ਸਾਨੂੰ ਜਿਹੜਾ ਗੁਰਮਤ ਤੋਂ ਦੂਰ ਕਰਕੇ ਤੇ ਜਿਹੜੇ ਵਿਪਰੀ ਕਰਮਕਾਂਡ ਸਾਡੇ ਕੋਲ ਕਰਵਾ ਰਿਹਾ, ਸਾਡੇ ਪ੍ਰਚਾਰਕ ਹੀ ਸਾਨੂੰ ਪ੍ਰਚਾਰ ਕਰ ਕਰਕੇ ਸਾਰਾ ਕੁਝ ਸਾਡੇ ਸਾਹਮਣੇ ਲਈ ਆਉਂਦੇ। ਨਾਰੀਅਲ ਰੱਖੋ ਜੀ, ਨਾਲ ਉਹ ਲਾਲ ਰੰਗ ਦੀ ਮੌਲੀ ਵੀ ਬੰਨੋ, ਧਾਗਾ ਵੀ ਬੰਨੋ, ਮੂੰਹ ਚੜ੍ਹਦੇ ਪਾਸੇ ਰੱਖਣਾ ਜੀ ਜਦੋਂ ਸ਼ਗਨ ਪਾਉਣਾ ਬੱਚੇ ਨੂੰ। ਸਾਡੇ ਬੰਦੇ ਕਰ ਰਹੇ ਹਨ। ਉਹਨਾਂ ਨੂੰ ਨਹੀਂ ਪਤਾ ਅਸਲ ਵਿੱਚ ਉਹ ਜਿੰਨਾ ਥਾਵਾਂ ਤੋਂ ਪੜ੍ਹ ਕੇ ਆਏ ਨੇ ਉਹ ਖਰੀਦੀਆਂ ਹੋਈਆਂ ਜਗ੍ਹਾ ਨੇ। ਉਹਨਾਂ ਨੂੰ ਵੀ ਵਿਚਾਰਿਆਂ ਨੂੰ ਨਹੀਂ ਪਤਾ ਹੁੰਦਾ। ਉਹਨਾਂ ਨੂੰ ਇਹੀ ਹੁੰਦਾ ਸ਼ਾਇਦ ਅਸੀਂ ਸਿੱਖੀ ਦੀ ਗੱਲ ਹੀ ਕਰ ਰਹੇ ਹਾਂ। ਖੈਰ, ਪ੍ਰਕਰਨ ਦੂਜੇ ਪਾਸੇ ਨਾ ਜਾਵੇ। ਕਸ਼ਮੀਰ ਦਾ ਇਲਾਕਾ ਇਸ ਲਈ ਚੁਣਿਆ, ਇੱਕ ਤੇ ਉਸ ਅੱਜ ਵੀ ਕੋਸ਼ਿਸ਼ ਹੋ ਰਹੀ, ਸਾਰਿਆਂ ਦੀ ਕੋਸ਼ਿਸ਼ ਹੁੰਦੀ ਹੈ ਕਿਸੇ ਤਰੀਕੇ ਨਾਲ ਅਕਾਲ ਤਖਤ ਦੇ ਉੱਤੇ ਸਾਡਾ ਕਬਜ਼ਾ ਹੋ ਜਾਏ, ਤਾਂ ਕਿ ਉੱਥੋਂ ਜਿਹੜੇ ਫੈਸਲੇ ਹੋਣ ਸਾਡੀ ਮਰਜ਼ੀ ਮੁਤਾਬਕ ਹੋਣ।
ਆਪਾਂ ਸਾਰੇ ਕਹਿੰਦੇ ਨਾ ਉੱਥੇ ਲਿਫਾਫਿਆਂ 'ਚੋਂ ਹੁਕਮਨਾਮੇ ਨਿਕਲਦੇ ਆ, ਬੋਲਦੇ ਆ ਨਾ ਕਈ ਵਾਰ। ਉਹ ਤੇ ਜੀ ਕੋਈ ਕਹਿੰਦਾ ਨਾਗਪੁਰੋਂ, ਕੋਈ ਕਹਿੰਦਾ ਚੰਡੀਗੜ੍ਹੋਂ ਆਉਂਦੇ ਆ, ਆਮ ਇਹ ਪ੍ਰਚਲਿਤ ਗੱਲਾਂ ਨੇ। ਕਿਉਂ? ਕਿਉਂਕਿ ਜਿਹਦੇ ਅਧੀਨ ਉਹ ਚਲੇ ਗਿਆ ਨਾ ਥਾਂ, ਉਹਦਾ ਉੱਥੇ ਬੋਲਬਾਲਾ ਹੋ ਜਾਏਗਾ। ਇਸੇ ਲਈ ਕਸ਼ਮੀਰ ਚੁਣਿਆ ਸੀ ਔਰੰਗਜ਼ੇਬ ਨੇ ਕਿ ਜੇ ਅਮਰਨਾਥ ਦਾ ਮੰਦਿਰ ਤੇ ਕਸ਼ਮੀਰ ਦੇ ਵਿਦਵਾਨ ਲੋਕ ਮੇਰੀ ਗੁਲਾਮੀ 'ਚ ਆ ਗਏ, ਪੂਰੇ ਭਾਰਤ ਦੇ ਵਿੱਚ ਜਿਹੜੇ ਆ, ਮੈਨੂੰ ਫਿਰ ਕੁਝ ਕਹਿਣ ਦੀ ਕਿਸੇ ਨੂੰ ਲੋੜ ਨਹੀਂ ਪੈਣੀ, ਸਾਰਿਆਂ ਨੇ ਆਪਣੇ ਆਪ ਮੇਰੀ ਅਧੀਨਗੀ ਕਬੂਲ ਲੈਣੀ ਹੈ। ਉਹਨਾਂ ਦੇ ਵਾਸਤੇ ਲਾਲਚ ਦਿਓ। ਇੱਥੋਂ ਤੱਕ ਜੇ ਕਿਸੇ ਦਾ ਕੇਸ ਚੱਲਦਾ ਕਿਸੇ ਅਦਾਲਤ ਦੇ ਵਿੱਚ, ਉਹਦੇ ਹੱਕ 'ਚ ਕਰ ਦਿਓ, ਭਾਵੇਂ ਝੂਠਾ ਵੀ ਕਿਉਂ ਨਾ ਹੋਵੇ, ਜੇ ਉਹ ਇਸਲਾਮ ਕਬੂਲ ਕਰ ਲੈ। ਆਪਣੀਆਂ ਬੱਚੀਆਂ ਦੇ ਡੋਲੇ ਉਹਨਾਂ ਨੂੰ ਦੇ ਦਿਓ, ਨਿਕਾਹ ਕਰੋ ਉਹਨਾਂ ਦੇ ਨਾਲ, ਜੇ ਇਸ ਲਾਲਚ ਵਿੱਚ ਵੀ ਆ ਜਾਣਗੇ। ਪਰ ਜਿਨ੍ਹਾਂ ਨੂੰ ਆਪਣਾ ਧਰਮ ਪਿਆਰਾ ਹੁੰਦਾ ਹੈ, ਆਪਣਾ ਅਕੀਦਾ ਜਿਹੜਾ ਹੈ ਉਹ ਮੁੱਖ ਜਿਨ੍ਹਾਂ ਨੇ ਰੱਖਿਆ ਹੁੰਦਾ ਹੈ, ਸਿਰੜੀ ਹੁੰਦੇ ਨੇ, ਉਹ ਅਧੀਨਗੀ ਕਬੂਲ ਨਹੀਂ ਕਰਦੇ। ਹਾਹਾਕਾਰ ਬੱਚੇ। ਭਾਈ ਕਿਰਪਾ ਰਾਮ, ਜਿਹਨੂੰ ਘਰੋਂ ਉਹਦੇ ਪਰਿਵਾਰ ਦੇ ਵਿੱਚੋਂ ਇਹ ਪਤਾ, ਛੋਟੇ ਹੁੰਦਿਆਂ ਤੋਂ ਦਾਦੀ ਮਾਂ ਕੋਲੋਂ ਜਿਹੜੇ ਸੁਣਦੇ ਆਏ ਨੇ, ਗੁਰੂ ਨਾਨਕ ਪਾਤਸ਼ਾਹ ਦਾ ਇੱਕ ਐਸਾ ਸੱਚਾ ਸੁੱਚਾ ਘਰ ਹੈ, ਉਸ ਦਰ ਤੇ ਜਿਹੜਾ ਵੀ ਗਿਆ, ਉਸ ਦਰ ਦਾ ਇੱਕ ਅਸੂਲ ਹੈ, ਜੋ ਸ਼ਰਨ ਆਵੈ ਤਿਸ ਕੰਠ ਲਾਵੈ। ਇਹੋ ਜਿਹੀ ਬਲਦੀ ਅੱਗ ਵਿੱਚ ਗੁਰੂ ਨਾਨਕ ਦੇ ਘਰ ਤੋਂ ਬਗੈਰ ਕੋਈ ਹੋਰ ਦਰ ਨਹੀਂ ਜਿਹੜਾ ਤੁਹਾਡੀ ਬਾਂਹ ਫੜ ਸਕੇ। ਬਚਪਨ ਤੋਂ ਸੁਣਿਆ ਸੀ। ਇਕੱਤਰ ਹੋਏ ਤੇ ਸਾਰੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਵੱਲ ਸ੍ਰੀ ਅਨੰਦਪੁਰ ਸਾਹਿਬ ਪੁੱਛਦੇ ਪੁੱਛਦੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕੋਲ ਆ ਗਏ। ਕਿੱਡੀ ਕਮਾਲ ਦੀ ਗੱਲ ਹੈ, ਜਿਨ੍ਹਾਂ ਨਾਲ ਕੋਈ ਕਲਚਰ ਦਾ ਸੰਬੰਧ ਨਹੀਂ, ਕੋਈ ਧਾਰਮਿਕ ਰੋਹ ਰੀਤਾਂ ਦੀ ਵੀ ਇੱਕ ਸੁਰਤਾ ਨਹੀਂ ਹੈ, ਉਹਨਾਂ ਦੀ ਕਾਰਨਦਾਰ ਅਸੀਂ ਹਾਰ ਗਏ। ਉਹ ਚਾਹੁੰਦੀ ਸੀ ਗੁਰੂ ਤੇਗ ਬਹਾਦਰ ਸਾਹਿਬ ਈਨ ਮੰਨ ਲੈਣ। ਇਹ ਈਨ ਮੰਨਣਗੇ ਤੇ ਸਾਰੇ ਆਪਣੇ ਆਪ ਈਨ ਮੰਨ ਜਾਣਗੇ। ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਈਨ ਮੰਨਣ, ਇਹਦੇ ਲਈ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਾਹਮਣੇ ਇਹੋ ਜਿਹਾ ਦਰਦਨਾਕ ਮੌਤ ਦਾ ਨੰਗਾ ਨਾਚ ਨਚਾਇਆ ਜਾਵੇ, ਗੁਰੂ ਤੇਗ ਬਹਾਦਰ ਸਾਹਿਬ ਦਾ ਦਿਲ ਡੋਲ ਜਾਵੇ। ਇਹਦੇ ਪਿੱਛੇ ਇੱਕ ਹੋਰ ਵੀ ਕਾਰਨ ਸੀ ਜਿਹਨੂੰ ਅਸੀਂ ਵਾਚਿਆ ਨਹੀਂ ਜਾਂਦਾ। ਉਹਦੇ ਪਿੱਛੇ ਵੀ ਸੀ ਕਿ ਜਿਹੜੇ ਬੜੇ ਬੜੇ ਵੱਡੇ ਕਾਜੀ ਮੌਲਵੀ ਸੀ ਨਾ, ਉਹਨਾਂ ਨੂੰ ਪਤਾ ਸੀ, ਉਹਨਾਂ ਨੇ ਗੱਲ ਕਹੀ ਸੀ ਔਰੰਗਜ਼ੇਬ ਨੂੰ, ਔਰੰਗਜ਼ੇਬ ਅਸੀਂ ਨਹੀਂ ਸਮਝਦੇ ਕਿ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਈਨ ਮਨਾ ਲਓਗੇ, ਕਿਉਂਕਿ ਜ਼ੁਲਮ ਕਰਕੇ ਗੁਰੂ ਅਰਜਨ ਸਾਹਿਬ ਜੀ ਦੇ ਉੱਪਰ ਪਹਿਲਾਂ ਵੇਖ ਚੁੱਕੇ ਆ। ਪਰ ਗੁਰੂ ਦਾ ਆਪਣੇ ਸਿੱਖ ਦੇ ਉੱਤੇ ਵਿਸ਼ਵਾਸ ਬਹੁਤ ਵੱਡਾ ਹੁੰਦਾ ਹੈ। ਜਿੰਨਾ ਸਿੱਖ ਗੁਰੂ ਤੇ ਭਰੋਸਾ ਕਰਦਾ ਹੈ, ਉਨਾ ਹੀ ਭਰੋਸਾ ਗੁਰੂ ਸਿੱਖ ਦੇ ਉੱਤੇ ਵੀ ਕਰਦਾ ਹੈ। ਭਰੋਸਾ ਹੀ ਸੀ ਨਾ ਵੀ ਆਪਣੇ ਸਿਰ ਦੀ ਦਸਤਾਰ ਗੁਰੂ ਗੋਬਿੰਦ ਸਿੰਘ ਨੇ ਸਿੱਖ ਦੇ ਸਿਰ ਤੇ ਬੱਧੀ, ਨਹੀਂ ਤੇ ਸਾਹਿਬਜ਼ਾਦਾ ਅਜੀਤ ਸਿੰਘ ਜਾਂ ਜੁਝਾਰ ਸਿੰਘ ਚੋਂ ਕਿਸੇ ਨੂੰ ਰੱਖ ਸਕਦੇ ਸੀ, ਦਸਤਾਰ ਉਹਦੇ ਸਿਰ ਤੇ ਬੰਨਾਂਗਾ। ਸਿੱਖ ਤੇ ਭਰੋਸਾ ਸੀ। ਅਰਦਾਸ ਕਰਦੇ ਅਸੀਂ ਜਿਹੜੀਆਂ ਖੈਰਾਂ ਮੰਗਦੇ ਆ, 9 ਖੈਰਾਂ, ਉਹਨਾਂ ਵਿੱਚ ਖੈਰ ਮੰਗਦੇ ਆ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਅੱਗੇ ਕੀ ਕਹਿੰਦੇ ਆ? ਭਰੋਸਾ ਦਾਨ। ਜਿਵੇਂ ਸਿੱਖ ਨੂੰ ਆਪਣੇ ਗੁਰੂ ਤੇ ਭਰੋਸਾ ਹੈ ਨਾ, ਬਲਦੀ ਅੱਗ ਵਿੱਚ ਵੀ ਮੇਰਾ ਗੁਰੂ ਮੇਰੇ ਸਹਾਈ ਹੋਵੇਗਾ, ਸਭ ਥਾਈ ਹੋਏ ਸਹਾਏ, ਪੜ੍ਹਦੇ ਵੀ ਅਰਦਾਸ ਵਿੱਚ। ਇਸੇ ਤਰ੍ਹਾਂ ਗੁਰੂ ਨੂੰ ਵੀ ਭਰੋਸਾ ਹੈ, ਇਹ ਸਿੱਖ ਕਦੇ ਮੇਰੇ ਸਿਰ ਦੀ ਪੱਗ ਨੂੰ ਝੁਕਣ ਨਹੀਂ ਦੇਵੇਗਾ, ਕਿਸੇ ਦੇ ਅੱਗੇ ਲਾਜ ਨਹੀਂ ਲੱਗਣ ਦੇਵੇਗਾ। ਭਰੋਸਾ ਹੈ ਗੁਰੂ ਨੂੰ। ਇਸੇ ਲਈ ਆਪਣੇ ਸਿਰ ਦੀ ਪੱਗ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਸਿੱਖ ਭਾਈ ਲਹਿਣਾ ਜੀ ਦੇ ਸਿਰ ਤੇ ਬੱਧੀ ਸੀ। ਕਿਤੇ ਇਹਨਾਂ ਚੀਜ਼ਾਂ ਨੂੰ ਸਮਝੀਏ। ਔਰ ਉਹਨਾਂ ਦਾ ਇੱਕ ਮੰਨਣਾ ਸੀ, ਜੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਅੱਖਾਂ ਸਾਹਮਣੇ ਉਹਨਾਂ ਦਾ ਇੱਕ ਵੀ ਸਿੱਖ ਡੋਲ ਗਿਆ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਹੈ, ਇੱਕ ਵੀ ਸਿੱਖ ਡੋਲ ਗਿਆ, ਇਹ ਗੁਰੂ ਤੇਗ ਬਹਾਦਰ ਸਾਹਿਬ ਦੀ ਹਾਰ ਹੋਵੇਗੀ। ਅੱਜ ਜਦੋਂ ਸਿੱਖ ਖਵਾਉਣ ਵਾਲਾ ਕਬਰਾਂ ਤੇ ਮੜੀਆਂ ਤੇ ਹੋਰਨਾਂ ਥਾਵਾਂ ਤੇ ਜਾ ਕੇ ਨੱਕ ਰਗੜਦਾ ਹੈ ਨਾ, ਮੈਨੂੰ ਇੰਝ ਲੱਗਦਾ ਏ ਔਰੰਗਜ਼ੇਬ ਨੂੰ ਕਹਿ ਰਿਹਾ, ਵੇਖ ਤੂੰ ਨਹੀਂ ਸੀ ਗੁਰੂ ਦਾ ਸਿਰ ਝੁਕਾ ਸਕਿਆ, ਗੁਰੂ ਨੂੰ ਹਰਾ ਸਕਿਆ, ਉਹਦੇ ਸਿੱਖਾਂ ਤੇ ਜ਼ੁਲਮ ਕਰਕੇ ਆ ਵੇਖ ਅਸੀਂ ਹਰਾਉਣ ਲੱਗੇ ਆਪਣੇ ਗੁਰੂ ਨੂੰ। ਭਰੋਸਾ ਹੈ ਗੁਰੂ ਦਾ ਸਿੱਖ ਦੇ ਉੱਤੇ, ਕਿਤੇ ਭਰੋਸਾ ਨਾ ਟੁੱਟੇ। ਗੁਰੂ ਦਾ ਭਰੋਸਾ ਸਾਡੇ ਤੇ ਜਿਹੜਾ ਕਿਤੇ ਉਹਨੂੰ ਤੋੜਨ ਵਾਲੇ ਨਾ ਬਣ ਜਾਈਏ। ਜਦੋਂ ਭਰੋਸਾ ਕਿਸੇ ਦਾ ਟੁੱਟਦਾ ਹੈ ਨਾ, ਜਿਨ੍ਹਾਂ ਦੇ ਭਰੋਸੇ ਕਿਸੇ ਤੋਂ ਟੁੱਟੇ ਆ, ਕਿਤੇ ਉਹਨਾਂ ਨੂੰ ਪੁੱਛ ਕੇ ਦੇਖੋ ਦਿਲ ਕੀ ਗੁਜ਼ਰਦੀ ਉਹਨਾਂ ਦੇ ਉੱਤੇ। ਇੱਕ ਸਾਖੀ ਹੁੰਦੀ ਹੈ, ਉਹ ਕਹਿੰਦੇ ਜੀ ਇੱਕ ਵਾਰੀ ਇੱਕ ਚੋਰ ਸਿੱਖੀ ਲਿਬਾਸ ਪਾ ਕੇ ਕਿਸੇ ਸਿੱਖ ਦੇ ਘਰ ਚਲੇ ਗਿਆ ਚੋਰੀ ਕਰਨ।
ਸਿੱਖ ਨੂੰ ਪਤਾ ਲੱਗ ਗਿਆ ਵੀ ਹੈ ਇੱਕ ਚੋਰ, ਉਹਨੇ ਰਾਤ ਚੋਰੀ ਕੀਤੇ ਗਹਿਣੇ ਗੁਣੇ। ਸੋਚਿਆ ਮੈਂ ਸਿੱਖ ਨੇ ਤੇ ਸਿੱਖ ਸਮਝ ਕੇ ਸੇਵਾ ਕੀਤੀ, ਆਓ ਭਗਤ ਕੀਤੀ, ਪ੍ਰਸ਼ਾਦਾ ਪਾਣੀ ਛਕਾਇਆ, ਰਾਤ ਰਹਿਣ ਨੂੰ ਜਗ੍ਹਾ ਵੀ ਦਿੱਤੀ। ਅੱਧੀ ਕੁ ਰਾਤ ਨੂੰ ਚੋਰੀ ਕਰਕੇ ਜੋ ਸਮਾਨ ਚੋਰੀ ਕੀਤਾ ਉਹ ਇੱਕ ਬਾਕਸ ਵਿੱਚ ਪਾਇਆ ਤੇ ਕੱਛੇ ਲਾਇਆ ਤੇ ਬਾਹਰ ਨੂੰ ਤੁਰ ਪਿਆ। ਮੀਂਹ ਪੈਣ ਲੱਗ ਪਿਆ, ਬਾਹਰ ਦਰਵਾਜ਼ਾ ਬੰਦ ਸੀ। ਉਹਨੇ ਆ ਕੇ ਦਰਵਾਜ਼ਾ ਖੜਕਾਇਆ ਸਿੱਖ ਦਾ, ਕਹਿਣ ਲੱਗਾ ਵੀ ਮੈਂ ਹੁਣੇ ਹੀ ਜਾਣਾ ਹੈ, ਤੂੰ ਦਰਵਾਜ਼ਾ ਖੋਲ। ਸਿੱਖ ਕਹਿਣ ਲੱਗਾ ਮੀਂਹ ਸ਼ੁਰੂ ਹੋ ਗਿਆ, ਮੀਂਹ ਪੈ ਰਿਹਾ ਹੈ, ਤਿਲਕਣਬਾਜ਼ੀ ਹੈ, ਸਵੇਰੇ ਚਲੇ ਜਾਓ। ਕਹਿੰਦਾ ਨਹੀਂ ਜੀ ਮੈਂ ਹੁਣੇ ਹੀ ਜਾਣਾ। ਸਿੱਖ ਨੇ ਦਰਵਾਜ਼ਾ ਖੋਲ੍ਹਿਆ, ਜਦੋਂ ਤੁਰਨ ਲੱਗਾ ਨਾ ਤਾਂ ਪੈਰ ਫਿਸਲ ਗਿਆ ਤੇ ਉਹ ਸਮਾਨ ਥੱਲੇ ਡਿੱਗ ਪਿਆ। ਸੁਣੀ ਹੈ ਨਾ ਸਾਖੀ ਸਾਰਿਆਂ। ਉਹ ਸਿੱਖ ਨੇ ਸਾਰਾ ਕੁਝ ਚੁੱਕ ਕੇ ਉਹਨੂੰ ਵਾਪਸ ਫੜਾਤਾ, ਭਰਾ ਤੇਰਾ ਸਮਾਨ ਹੈ ਲੈ ਜਾ। ਉਹ ਲੈ ਕੇ ਚਲੇ ਗਿਆ। ਸਵੇਰ ਹੋਈ ਵਾਪਸ ਆ ਗਿਆ, ਦਰਵਾਜ਼ਾ ਖੜਕਾਇਆ, ਖੋਲ੍ਹਿਆ, ਵੇਖਿਆ ਸਾਹਮਣੇ ਖੜਾ। ਕਹਿੰਦਾ ਜੀ ਦੱਸੋ ਜੀ ਆਇਆਂ ਨੂੰ, ਕਿਵੇਂ ਆਏ? ਕਹਿਣ ਲੱਗਾ ਮੈਂ ਤੈਨੂੰ ਇੱਕ ਸਵਾਲ ਪੁੱਛਣ ਆਇਆ। ਤੈਨੂੰ ਰਾਤੀ ਪਤਾ ਲੱਗ ਗਿਆ ਸੀ ਮੈਂ ਚੋਰ ਹਾਂ, ਲੱਗ ਗਿਆ ਸੀ ਤੈਨੂੰ ਪਤਾ, ਤੇਰਾ ਹੀ ਸਮਾਨ ਚੋਰੀ ਕੀਤਾ, ਪਰ ਤੂੰ ਮੈਨੂੰ ਕਿਹਾ ਕਿਉਂ ਨਹੀਂ ਕਿ ਤੂੰ ਚੋਰੀ ਕਰਕੇ ਚੱਲਿਆ, ਚੋਰ ਹੈ, ਫੜਿਆ ਕਿਉਂ ਨਹੀਂ, ਸਜ਼ਾ ਕਿਉਂ ਨਹੀਂ ਦਿੱਤੀ? ਮੈਂ ਪੁੱਛਣ ਆਇਆ ਤੈਨੂੰ। ਉਹ ਕਹਿਣ ਲੱਗਾ ਭਲਿਆ ਮੈਨੂੰ ਪਤਾ ਲੱਗ ਗਿਆ ਸੀ ਤੂੰ ਚੋਰ ਹੈ, ਪਰ ਜੇ ਮੈਂ ਰੌਲਾ ਪਾਉਂਦਾ, ਲੋਕਾਂ ਨੂੰ ਪਤਾ ਲੱਗਦਾ, ਲੋਕਾਂ ਨੇ ਕਹਿਣਾ ਸੀ ਇਸ ਲਿਬਾਸ ਵਿੱਚ ਜਿਹੜਾ ਚੋਰ ਹੈ। ਗੱਲ ਤੇਰੀ ਨਹੀਂ, ਗੱਲ ਮੇਰੇ ਗੁਰੂ ਦੇ ਬਖਸ਼ੇ ਬਾਣੇ ਦੀ ਹੈ, ਉਸ ਲਿਬਾਸ ਦੀ ਹੈ ਜਿਹੜਾ ਲਿਬਾਸ ਇੱਕ ਸਿੱਖ ਦਾ ਹੈ। ਲੋਕਾਂ ਦਾ ਸਿੱਖ ਤੋਂ ਭਰੋਸਾ ਟੁੱਟ ਜਾਣਾ ਸੀ। ਇਸ ਕਰਕੇ ਮੈਂ ਕਿਹਾ ਕੋਈ ਗੱਲ ਨਹੀਂ, ਜਾਣ ਦਿਓ, ਸਮਾਨ ਜਾਂਦਾ, ਸਿੱਖ ਦਾ ਭਰੋਸਾ ਬਚਿਆ ਰਵੇ, ਸਿੱਖ ਤੋਂ ਭਰੋਸਾ ਨਾ ਟੁੱਟੇ। ਕਦੇ ਝਾਤ ਮਾਰੀ ਆਪਣੇ ਜੀਵਨ ਵਿੱਚ? ਅਸੀਂ ਵੀ ਗੁਰੂ ਦੇ ਸਿੱਖ ਹੀ ਅਖਵਾਉਂਦੇ ਹਾਂ। ਵਕਤ ਸੀ, ਪੁਰਾਣੀਆਂ ਲਿਖਤਾਂ ਪੜ੍ਹੋ, ਮੈਂ ਬੜੇ ਸ਼ੌਂਕ ਨਾਲ ਪੜ੍ਹਦਾ, ਬਹੁਤ ਸਿੱਖਣ ਨੂੰ ਮਿਲਦਾ ਉਹਦੇ ਚੋਂ। ਉਦੋਂ ਗੈਰ ਬੀਬੀਆਂ ਕਹਿੰਦੀਆਂ ਹੁੰਦੀਆਂ ਸੀ ਆਏ ਨਹੀਂ ਨਿਹੰਗ, ਬੂਹੇ ਖੋਲ ਦਿਓ ਨਿਸ਼ੰਗ। ਆ ਗੁਰੂ ਦੇ ਖਾਲਸੇ ਹੈ, ਦਰਵਾਜ਼ੇ ਖੋਲ ਦਿਓ, ਸਾਡੀਆਂ ਇੱਜ਼ਤਾਂ ਨੂੰ ਕੋਈ ਖਤਰਾ ਨਹੀਂ, ਇੱਜ਼ਤਾਂ ਦੇ ਰਖਵਾਲੇ ਆ। ਇੱਕ ਚਿੱਠੀ ਅਲੀਗੜ੍ਹ ਵਿੱਚ ਪਈ ਹੈ, ਮੈਂ ਦੇਖੀ ਨਹੀਂ, ਵਿਦਵਾਨਾਂ ਤੋਂ ਸੁਣੀ ਹੈ, ਪਰ ਮੈਂ ਮਹਿਸੂਸ ਕਰਦਾ ਤੱਤ ਜਿੱਥੋਂ ਮਿਲਦਾ ਲੈ ਲਓ। ਉਹ ਕਹਿੰਦੇ ਜਦੋਂ ਅਹਿਮਦ ਸ਼ਾਹ ਅਬਦਾਲੀ ਗੱਡਿਆਂ ਦੇ ਉੱਪਰ ਸਮਾਨ ਲੱਦ ਕੇ ਤੇ ਦਿੱਲੀ ਤੋਂ ਬੱਚੀਆਂ ਨੂੰ ਅਗਵਾ ਕਰਕੇ ਲੈ ਕੇ ਚੱਲਿਆ, ਬਾਬਾ ਜੱਸਾ ਸਿੰਘ ਆਹਲੂਵਾਲੀਏ ਨੇ ਇੱਕ ਚਿੱਠੀ ਲਿਖੀ ਸੀ ਬਾਬਾ ਦੀਪ ਸਿੰਘ ਜੀ ਨੂੰ, ਤਲਵੰਡੀ ਸਾਬੋ ਸਨ ਜਿਹੜੇ ਦਮਦਮਾ ਸਾਹਿਬ। ਲਿਖਿਆ ਸੀ ਬਾਬਾ ਜੀ ਪਤਾ ਲੱਗਾ ਏ ਸੈਂਕੜੇ ਬੱਚੀਆਂ ਧੀਆਂ ਅਗਵਾ ਕਰਕੇ ਲੈ ਕੇ ਚੱਲਿਆ ਪਾਪੀ, ਜਾ ਕੇ ਉੱਥੇ ਬਾਜ਼ਾਰਾਂ 'ਚ ਵਿਕਣੀਆਂ। ਇਹ ਰਿਪੋਰਟ ਮਿਲੀ, ਉਹਨਾਂ ਬੱਚੀਆਂ ਦੇ ਅੱਖਾਂ ਵਿੱਚ ਅਥਰੂ ਨਹੀਂ ਹੈ। ਹੁਣ ਜਿਨ੍ਹਾਂ ਦੇ ਮਾਂ ਪਿਓ ਖੁੱਸ ਗਏ, ਜਿਨ੍ਹਾਂ ਧੀਆਂ ਨੂੰ ਪਤਾ ਹੀ ਨਹੀਂ ਸਾਡੇ ਨਾਲ ਹੋਣਾ ਕੀ ਹੈ, ਉਹਨਾਂ ਦੀ ਅੱਖਾਂ 'ਚ ਅਥਰੂ ਕਿਉਂ ਨਹੀਂ? ਅੱਗੇ ਜੋ ਲਿਖਿਆ ਹੈ ਬਾਬਾ ਜੀ, ਉਹਨਾਂ ਦੀ ਅੱਖਾਂ 'ਚ ਇਸ ਕਰਕੇ ਅਥਰੂ ਨੇ ਕਿ ਕੋਈ ਗੱਲ ਨਹੀਂ, ਇੱਥੇ ਤੇ ਕੋਈ ਨਹੀਂ ਸੀ ਬਚਾਉਣ ਵਾਲਾ, ਇੱਥੋਂ ਤੇ ਲੈ ਹੀ ਜਾਣਾ ਸੀ ਪਾਪੀਆਂ ਨੇ। ਰਸਤੇ ਵਿੱਚ ਪੰਜਾਬ ਪੈਂਦਾ ਹੈ, ਪੰਜਾਬ ਵਿੱਚ ਗੁਰੂ ਦੇ ਸਿੰਘ ਰਹਿੰਦੇ ਨੇ, ਉਹਨਾਂ ਨੇ ਸਾਨੂੰ ਛੁਡਾ ਲੈਣਾ। ਕਿੰਨਾ ਭਰੋਸਾ ਹੋਵੇਗਾ? ਉਹਨਾਂ ਸਾਨੂੰ ਛੁਡਾ ਲੈਣਾ, ਸਾਡੀ ਇੱਜ਼ਤਾਂ ਨੂੰ ਕੋਈ ਖਤਰਾ ਨਹੀਂ। ਤੁਹਾਨੂੰ ਵਾਸਤਾ ਜੇ ਉਹਨਾਂ ਦੇ ਭਰੋਸੇ ਦਾ ਬਾਬਾ ਜੀ, ਉਹ ਬੱਚੀਆਂ ਰਹਾ ਤੁਸੀਂ ਕਰਵਾਉਣੀਆਂ। ਕੁਰੂਕਸ਼ੇਤਰ ਪਿੱਪਲੀ ਜਿਹੜਾ ਚੌਂਕ ਹੈ, ਇੱਥੇ ਰਾਤ ਦੇ 12 ਵਜੇ ਹਮਲਾ ਕਰਕੇ ਬਾਬਾ ਦੀਪ ਸਿੰਘ ਜੀ ਨੇ ਉਹ ਸਾਰੀਆਂ ਧੀਆਂ ਛੁਡਾਈਆਂ, ਜਿਹਨੂੰ ਕਹਿ ਦਿੰਦੇ ਸਰਦਾਰਾਂ ਦੇ 12 ਵੱਜ ਗਏ। ਖੈਰ ਮੈਂ ਸਮਾਪਤੀ ਵਾਲੇ ਪਾਸੇ ਆਵਾਂ। ਸਿੱਖ ਤੇ ਭਰੋਸਾ ਬੜਾ, ਔਰ ਪਤਾ ਹੈ ਜਰਵਾਣਿਆਂ ਨੂੰ, ਜੇ ਭਾਈ ਮਤੀ ਦਾਸ, ਭਾਈ ਦਿਆਲਾ, ਭਾਈ ਸਤੀ ਦਾਸ, ਇਹਨਾਂ ਚੋਂ ਕੋਈ ਵੀ ਡੋਲ ਗਿਆ, ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਹਾਰ ਹੋ ਗਈ, ਸਾਡਾ ਮਨਸੂਬਾ ਪੂਰਾ ਹੋ ਗਿਆ। ਕੌਣ ਸਮਝਾਵੇ? ਉਹ ਜਿਹੜਾ ਗੁਰੂ ਦਾ ਸਿੱਖ ਹੁੰਦਾ ਏ ਉਹ ਸਿਦਕ ਨਹੀਂ ਹਾਰਦਾ, ਉਹ ਤਾਂ ਗੁਰੂ ਤੋਂ ਬਲਹਾਰ ਜਾਂਦਾ, ਕੁਰਬਾਨ ਹੋਣਾ ਜਾਣਦਾ ਏ। ਉਹ ਤੇ ਆਪਣੇ ਪੁੱਤਰ ਤੱਕ ਗੁਰੂ ਤੋਂ ਨਿਸ਼ਾਵਰ ਕਰ ਦਿੰਦਾ ਹੈ। ਸਭ ਤੋਂ ਪਹਿਲਾਂ ਨਾਨਕ ਐਸੀ ਨੇ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੂਹੇ ਤੋਂ ਕਿਹਾ ਹੁਆ ਜੀਵਤ ਕਈ ਹਜ਼ਾਰ। ਜਦੋਂ ਆਰੇ ਨਾਲ ਚੀਰਿਆ ਗਿਆ ਹੋਵੇਗਾ, ਪੂਰਾ ਸਰੀਰ ਦੁਫਾੜ ਹੋ ਗਿਆ ਹੋਵੇਗਾ, ਕਿਹੋ ਜਿਹਾ ਦ੍ਰਿਸ਼ ਹੋਵੇਗਾ? ਉਹਦਾ ਕਾਰਨ ਸੀ ਕਿ ਜਿਹੜੇ ਦੋ ਸਿੱਖ ਵੀ ਸਾਹਮਣੇ ਬੈਠੇ ਵੇਖ ਰਹੇ ਨੇ ਨਾ ਕਿ ਸਾਡੇ ਸਾਥੀ ਦਾ ਹਸ਼ਰ ਕੀ ਹੋਇਆ ਹੈ, ਕਿਤੇ ਨਾ ਕਿਤੇ ਡੋਲ ਜਾਣਗੇ ਸ਼ਾਇਦ। ਇੱਕ ਵਿਦਵਾਨ ਨੇ, ਵੇਖੋ ਹੈ ਵਿਦਵਾਨ ਦੇ ਖਿਆਲ, ਪਰ ਮੈਂ ਮਹਿਸੂਸ ਕਰਦਾ ਇਹ ਹਕੀਕਤ ਤੋਂ ਜ਼ਿਆਦਾ ਦੂਰ ਨਹੀਂ ਗੀ, ਆਪਾਂ ਸਿੱਖਿਆ ਲੈਣੀ ਹੁੰਦੀ ਹੈ। ਉਹ ਕਹਿੰਦਾ
ਜਿਹੜਾ ਜਲਾਦ ਦਫਾੜ ਕਰਨ ਵਾਲਾ ਸੀ ਚੀਕਾਂ ਮਾਰਦਾ ਦੌੜ ਗਿਆ, ਕਹਿਣ ਲੱਗਾ ਉਹ ਵੇਖੋ ਮੈਨੂੰ ਤਾਂ ਇੰਜ ਲੱਗਦਾ ਏ ਉਹਦੇ ਸਰੀਰ ਦੇ ਦੋਵਾਂ ਟੁਕੜਿਆਂ ਦੇ ਵਿੱਚ ਉਹਦੇ ਗੁਰੂ ਦੀ ਬਾਣੀ ਦਾ ਕਿਤੇ ਗਾਇਨ ਹੁੰਦਾ ਆ ਰਿਹਾ ਹੈ। ਸਿੱਖ ਤੇ ਮਰਿਆ ਹੀ ਨਹੀਂ ਲੱਗਦਾ। ਪਹਿਲੇ ਦਿਨ ਸ਼ਹਾਦਤ ਹੋਈ ਭਾਈ ਮਤੀ ਦਾਸ ਦੀ, ਵਿਚਾਰ ਹੋਈ, ਫਰਕ ਹੀ ਕੋਈ ਨਹੀਂ ਪਿਆ। ਮਹਿਸੂਸ ਕੀਤਾ ਜਦੋਂ ਸਿਰ ਚੀਰਿਆ ਗਿਆ ਹੋਵੇਗਾ, ਸ਼ਹਾਦਤ ਤੇ ਉਹਦੀ ਹੋਗੀ, ਮੌਤ ਤੇ ਉਹਦੇ ਸਰੀਰ ਦੀ ਹੋਗੀ, ਤੜਫਾਇਆ ਜਾਵੇ। ਭਾਈ ਦਿਆਲਾ ਜੀ ਨੇ ਫਿਰ ਉਬਲਦੀ ਦੇਗ ਦੇ ਵਿੱਚ ਉਹ ਬਾਂਧਿਆ, ਆਲੂ ਦੀ ਤਰ੍ਹਾਂ ਉਬਲਿਆ ਜਿਸਮ। ਜਿਵੇਂ ਆਲੂ ਉਬਲਿਆ ਹੋਵੇ ਨਾ, ਤੇ ਉੱਤੇ ਆਪਾਂ ਉਂਗਲ ਫੇਰੀਏ ਤੇ ਛਿਲਕਾ ਉਤਰਦਾ ਹੈ, ਇਸ ਤਰ੍ਹਾਂ ਚਮੜੀ ਉਤਰਦੀ ਹੈ। ਸ਼ਾਇਦ ਇਹ ਦੇਖ ਕੇ ਡੋਲ ਜਾਣਾ। ਜਦੋਂ ਦੇਗ ਦੇ ਵਿੱਚ ਉਬਲਦਾ ਹੋਵੇਗਾ ਸਰੀਰ, ਰਿੱਝਦਾ ਹੋਵੇਗਾ ਪਾਣੀ, ਦੇਖਣ ਵਾਲਿਆਂ ਦੀਆਂ ਤੇ ਰੂਹਾਂ ਕੰਬ ਜਾਂਦੀਆਂ ਹੋਣਗੀਆਂ। ਸ਼ਾਇਦ ਕਿਤੇ ਫਰਕ ਪੈ ਜੇ, ਕਿਤੇ ਭਾਈ ਸਤੀ ਦਾਸ ਦੇ ਉੱਤੇ ਅਸਰ ਹੋ ਜੇ। ਨਹੀਂ ਅਸਰ ਹੋਇਆ। ਸੋਚਣ ਲੱਗੇ ਹੁਣ ਕੀਤਾ ਕੀ ਜਾਵੇ। ਕਹਿਣ ਲੱਗੇ ਮੌਤ ਤੋਂ ਪਹਿਲਾਂ ਦੀ ਤੜਪ ਜਿਹੜੀ ਉਹ ਲਿਆਂਦੀ ਜਾਵੇ ਸਾਹਮਣੇ, ਛੇਤੀ ਖਤਮ ਨਾ ਕੀਤਾ ਜਾਵੇ। ਰੂਹ ਨਾਲ ਲਪੇਟ ਕੇ ਸਰੀਰ ਪੈਰਾਂ ਵਾਲੇ ਪਾਸੇ ਅੱਗ ਲਾਈ, ਪੈਰਾਂ ਤੋਂ ਜਿਸਮ ਮੱਚਣਾ ਸ਼ੁਰੂ ਹੋਵੇ। ਜਦੋਂ ਪੈਰਾਂ ਤੋਂ ਮੱਚਦਾ ਸਿਰ ਵੱਲ ਨੂੰ ਜਾਂਦਾ ਹੋਵੇਗਾ, ਕਿਸੇ ਦੇ ਪੈਰ ਕੱਟ ਦਿਓ ਮੌਤ ਨਹੀਂ ਹੁੰਦੀ, ਸਿਰ ਕੱਟ ਦਿਓ ਮੌਤ ਹੋ ਜਾਂਦੀ। ਪੈਰਾਂ ਤੋਂ ਮੱਚਦਾ ਜਿਸਮ ਸਿਰ ਨੂੰ ਗਿਆ ਹੋਵੇਗਾ, ਕਿੰਨੀ ਕੁ ਤੜਪਾਹਟ ਹੋਵੇਗੀ, ਕਿਹੋ ਜਿਹਾ ਉਹ ਸਮੇਂ ਦਾ ਹਸ਼ਰ ਸੀਨ ਹੋਵੇਗਾ। ਇਹ ਜਾਂ ਤੇ ਮੇਰਾ ਸਤਿਗੁਰੂ ਜਾਣਦਾ ਹੈ, ਜਾਂ ਜਿਨ੍ਹਾਂ ਨੇ ਹੰਡਾਇਆ ਹੈ, ਜਾਂ ਜਿਨ੍ਹਾਂ ਨੇ ਦੇਖਿਆ ਹੋਵੇਗਾ। ਭਾਈ ਸਤੀ ਦਾਸ ਜੀ ਦਾ ਸਰੀਰ ਰੂਹ ਨਾਲ ਲਪੇਟ ਕੇ ਅੱਗ ਲਾ ਕੇ ਜਿਉਂਦਿਆਂ ਸਾੜ ਕੇ ਸੁਆਹ ਕਰ ਦਿੱਤਾ ਗਿਆ, ਪਾਣੀ ਬਣ ਕੇ ਚੋ ਗਿਆ। ਹੈਰਾਨ ਹੋ ਗਏ, ਇੰਨਾ ਭਿਆਨਕ ਦ੍ਰਿਸ਼। ਗੁਰੂ ਤੇਗ ਬਹਾਦਰ ਸਾਹਿਬ ਦਾ ਸਿੱਖ ਤੇ ਡੋਲਣਾ ਕੀ, ਉਹ ਤਾਂ ਸ਼ਹੀਦੀਆਂ ਪਾ ਗਏ। ਗੁਰੂ ਤੇਗ ਬਹਾਦਰ ਸਾਹਿਬ ਅੱਗੋਂ ਖਿੜਖੜਾ ਕੇ ਹੱਸ ਪਏ। ਕਾਜ਼ੀ ਕਹਿੰਦੇ ਖੁਸ਼ੀ ਕਾਹਦੀ, ਸਿੱਖ ਤੁਹਾਡੇ ਸ਼ਹੀਦ ਕਰਤੇ। ਮੈਂ ਪਹਿਲਾਂ ਬੇਨਤੀ ਕੀਤੀ ਹੈ ਵੀ ਵਿਦਵਾਨਾਂ ਦੇ ਖਿਆਲ ਆ, ਪਰ ਹਕੀਕਤ ਤੋਂ ਜ਼ਿਆਦਾ ਦੂਰ ਨਹੀਂ, ਆਪਾਂ ਤੱਤ ਲੈਣਾ। ਉਹ ਵਿਦਵਾਨ ਲਿਖਦਾ, ਕਹਿੰਦਾ ਗੁਰੂ ਸਾਹਿਬ ਕਹਿਣ ਲੱਗੇ ਕਾਜੀ ਖੁਸ਼ੀ ਇਸ ਗੱਲ ਦੀ ਹੈ, ਜਿਵੇਂ ਕੋਈ ਟੀਚਰ ਸਾਰਾ ਸਾਲ ਸਟੂਡੈਂਟ ਨੂੰ ਪੜ੍ਹਾਉਂਦਾ ਏ ਤੇ ਕਿਤੇ ਟੀਚਰ ਦਾ ਪੜ੍ਹਾਇਆ ਸਟੂਡੈਂਟ ਪਾਸ ਹੋ ਜੇ, ਜਿੰਨੀ ਉਹਨੂੰ ਖੁਸ਼ੀ ਹੁੰਦੀ ਹੈ ਨਾ, ਮੇਰੀ ਵਿਦਿਆ ਮੇਰੀ ਪੜ੍ਹਾਈ ਜਿੱਤ ਗਈ ਹੈ, ਇਸੇ ਤਰ੍ਹਾਂ ਅੱਜ ਮੈਨੂੰ ਖੁਸ਼ੀ ਹੈ ਜਿਹੜੀ ਸਿੱਖੀ ਮੈਂ ਆਪਣੇ ਸਿੱਖ ਨੂੰ ਸਿਖਾਈ ਸੀ, ਅੱਜ ਉਹ ਸਿੱਖੀ ਜਿੱਤ ਗਈ। ਸਿੱਖ ਨੇ ਸ਼ਹਾਦਤ ਦੇ ਕੇ ਸਿੱਖੀ ਜਿਤਾ ਦਿੱਤੀ। ਜੇ ਕਿਤੇ ਇੱਕ ਵੀ ਸਿੱਖ ਡੋਲ ਜਾਂਦਾ, ਇੰਨੀ ਨਮੋਸ਼ੀ ਤੇ ਇਹੋ ਜਿਹੀ ਹੋਣੀ ਸੀ, ਮੌਤ ਤੋਂ ਬਦਤਰ ਹੋ ਜਾਣੀ ਸੀ ਮੇਰੀ ਹਾਲਤ। ਸਲਾਹ ਕੀਤੀ ਹੁਣ ਕੀ ਕੀਤਾ ਜਾਵੇ। ਹਾਰ ਕੇ ਕਿਹਾ ਹੁਣ ਕੁਛ ਨਹੀਂ ਰਹਿ ਗਿਆ ਪਿੱਛੇ, ਬਸ ਸਿਰ ਕਲਮ ਕਰ ਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਅੱਜ ਦੇ ਦਿਨ ਸ਼ਹੀਦ ਕੀਤਾ ਚਾਂਦਨੀ ਚੌਕ ਦੇ ਵਿੱਚ। ਗੁਰੂ ਸਾਹਿਬ ਦਾ ਮੁਬਾਰਕ ਸੀਸ ਭਾਈ ਜੈਤਾ ਜੀ ਲੈ ਕੇ ਜਿਵੇਂ ਅਨੰਦਪੁਰ ਸਾਹਿਬ ਜਾਂਦੇ ਆ, ਉਹ ਆਪਾਂ ਜਿਹੜਾ 1 ਤਰੀਕ ਨੂੰ ਬੁੱਧਵਾਰ ਆ ਰਿਹਾ ਹੈ, ਰਾਤ ਦੇ ਦੀਵਾਨ ਵਿੱਚ ਵਿਚਾਰ ਸਾਂਝੇ ਕਰਾਂਗੇ। ਕਿਉਂਕਿ ਹਰ ਮਹੀਨੇ ਦੇ ਜਿਹੜਾ ਪਹਿਲਾ ਬੁੱਧਵਾਰ ਹੁੰਦਾ ਹੈ, ਉਸ ਦਿਨ ਜਦੋਂ ਇਹ ਸਾਡੀਆਂ ਭੈਣਾਂ ਕੀਰਤਨ ਕਰਦੀਆਂ ਨੇ, ਸਤਸੰਗ ਕਰਦੀਆਂ ਨੇ, ਉਸ ਤੋਂ ਬਾਅਦ ਫਿਰ ਕਥਾ ਦਾ ਜਿਹੜਾ ਪ੍ਰਚਲਨ ਹੈ ਇਸੇ ਤਰ੍ਹਾਂ ਆਪਣਾ ਚੱਲਦਾ ਹੈ। ਇਹ ਲੜੀ ਚੱਲ ਰਹੀ ਹੈ। ਆਪਾਂ ਜੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਜਿਹੜਾ ਮੁਬਾਰਕ ਸੀਸ, ਕਿਵੇਂ ਭਾਈ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਜਿਹੜਾ ਮੁਬਾਰਕ ਧੜ ਹੈ, ਉਹਨੂੰ ਲਿਜਾ ਕੇ ਸੰਸਕਾਰ ਕਰਦੇ ਨੇ ਆਪਣੇ ਰਕਾਬਗੰਜ ਸਾਹਿਬ ਵਾਲੇ ਆਪਣੇ ਘਰ ਦੇ ਵਿੱਚ, ਉਹ ਵੀ ਸਾਰਾ ਜਿਹੜਾ ਆਪਾਂ ਬੁੱਧਵਾਰ ਵਾਲੇ ਦਿਨ ਸ਼ਾਮ ਦਾ ਦੀਵਾਨ ਜਿਹੜਾ ਹੈ ਉਹਦੇ ਵਿੱਚ ਸਾਂਝੇ ਕਰਾਂਗੇ ਜੀ। ਅੱਜ ਇੱਥੇ ਸਮਾਪਤੀ ਕਰਦੇ ਹਾਂ। ਸਤਿਗੁਰ ਕਿਰਪਾ ਕਰਨ ਉਹ ਖੂਬਸੂਰਤ ਇਤਿਹਾਸ ਕਿਤੇ ਸਾਡੇ ਜੀਵਨ ਵਿੱਚ ਜਿਉਂਦਾ ਰਹੇ, ਸਾਡਾ ਜੀਵਨ ਕਿਤੇ ਉਸ ਇਤਿਹਾਸ ਤੋਂ ਪ੍ਰੇਰਣਾ ਲੈ ਕੇ ਉਸ ਰੰਗ ਵਿੱਚ ਰੰਗਿਆ ਜਾਵੇ। ਗੁਰੂ ਬਖਸ਼ਿਸ਼ ਕਰਨਗੇ। ਭੁੱਲਾਂ ਚੁੱਕਾਂ ਦੀ ਮਾਫੀ ਦੇਣੀ ਜੀ। ਪਿਆਰ ਵਿੱਚ ਭਿੱਜ ਕੇ ਰਸਨਾ ਦੀ ਸਾਂਝ ਪਾਉਂਦਿਆਂ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ